ਸਾਡਾ ਮੌਲਿਕ ਅਧਿਕਾਰ ਆ, ਰਾਈਟ ਟੂ ਲਿਵ, ਜਿਉਣ ਦਾ ਹੱਕ ਆ। ਸਾਡਾ ਜਿਉਣ ਦਾ ਹੱਕ ਵੀ ਖੋਇਆ ਜਾ ਰਿਹਾ, ਪਰ ਹੁਣ ਸਾਡੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਕੋਲ এনवायरमेंट ਨਹੀਂ। ਜਦੋਂ ਸਦਾ ਦੀ ਕੁਰਸੀ ਆ ਜਾਂਦੀ ਹੈ ਉਦੋਂ ਸਾਰੇ ਵਾਅਦੇ ਜਿਹੜੇ ਆ ਭੁੱਲ ਜਾਂਦੇ ਆ। ਫਿਰ ਉਹਨਾਂ ਨੂੰ ਹੁੰਦਾ ਕਿ ਵੋਟ ਸਾਨੂੰ ਪੈਸਿਆਂ ਨਾਲ ਵੀ ਮਿਲ ਜਾਣੀ ਹੈ, ਵੋਟ ਸਾਨੂੰ ਡੋਡਿਆਂ ਸ਼ਰਾਬ ਦੇ ਨਸ਼ਿਆਂ ਨਾਲ ਵੀ ਮਿਲ ਜਾਣੀ ਹੈ, ਸਾਨੂੰ এনवायरमेंट ਦੀ ਲੋੜ ਕੀ ਹੈ। ਜਿਹੜੇ ਪੰਜਾਬ ਦੇ ਪਾਣੀਆਂ ਦੇ ਵਿੱਚ ਜ਼ਹਿਰੀਲਾ ਪਾਣੀ ਸੁੱਟਿਆ ਜਾਂਦਾ ਫੈਕਟਰੀਆਂ ਦਾ, ਉਹਨਾਂ ਨੂੰ ਲੈ ਕੇ ਆ, ਜਾਂ ਗੰਦਾ ਪਾਣੀ ਜਿਹੜਾ ਮਿਕਸ ਕੀਤਾ ਜਾਂਦਾ ਉਹਨਾਂ ਨੂੰ ਲੈ ਕੇ, ਉਹ ਲੜਾਈ ਕਿੱਥੋਂ ਤੱਕ ਪਹੁੰਚੀ? ਲੋਕ ਕਹਿੰਦੇ ਨੇ ਕਿ ਉਹ ਲੜਾਈ ਕਿਸੇ ਸਿਰੇ ਬੰਨੇ ਨਹੀਂ ਲੱਗ ਰਹੀ। ਜੇ ਬਾਬਾ ਜੀ ਦੀ ਗੱਲ ਦੀ ਸੁਣਵਾਈ ਨਹੀਂ ਹੋ ਰਹੀ ਤੇ ਸਾਡੀ ਸਰਕਾਰ ਨੇ ਕਿੰਨੀ ਕੁ ਸੁਣ ਲੈਣੀ ਜੇ ਕਿਸੇ ਉਮੀਦਵਾਰ ਨੂੰ ਕਹਿਤਾ ਕਿ ਭਾਈ ਵਾਤਾਵਰਣ ਵਾਲਾ ਵਿਸ਼ਾ ਮੁੱਖ ਰੱਖ। ਕਿਸੇ ਕੋਲ ਲੈ ਕੇ ਜਾਂਦੇ ਸੀਗੇ ਅਧਿਕਾਰੀ ਦੇ ਕੋਲ, ਐਸਡੀਐਮ ਕੋਲ, ਤਹਿਸੀਲਦਾਰ ਦੇ ਕੋਲ ਜਾਂ ਐਸਡੀਸੀ ਦੇ ਕੋਲ, ਜਾਂ ਉਹ ਕੋਈ ਸੁਣਦਾ ਹੀ ਨਹੀਂ ਸੀ। ਉਹ ਕਹਿੰਦੇ ਪਾਣੀ ਕਿੱਥੇ ਪੈਣੇ ਆ। ਸਰਕਾਰਾਂ ਨੇ ਬਹੁਤ ਨੈਗੇਟਿਵ ਭੂਮਿਕਾ ਨਿਭਾਈ ਹੈ। ਕੋਈ ਸਾਡੇ ਕੋਲ ਜਿਹੜੀ ਹੈਗੀ ਆ ਖੇਤੀ ਦੀ ਜਿਹੜੀ ਹੈਗੀ ਆ ਪਾਲਿਸੀ ਨਹੀਂ ਜਿਹਦੇ ਉੱਤੇ ਕੰਮ ਹੋਵੇ। ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਾਲ 2022 ਬਹੁਤ ਮਹੱਤਵਪੂਰਨ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। 2022 ਨੂੰ ਲੈ ਕੇ ਹਰ ਸਿਆਸੀ ਪਾਰਟੀ ਆਪੋ ਆਪਣੇ ਤਰੀਕੇ ਨਾਲ ਤਿਆਰੀਆਂ ਦੇ ਵਿੱਚ ਲੱਗੀ ਹੋਈ ਹੈ। ਕੋਈ 200 ਯੂਨਿਟ ਬਿਜਲੀ ਮੁਫਤ, ਕੋਈ 300 ਯੂਨਿਟ ਤੇ ਕੋਈ 400 ਯੂਨਿਟ ਬਿਜਲੀ ਮੁਫਤ ਦਾ ਵਾਅਦਾ ਕਰ ਰਿਹਾ, ਕੋਈ ਕਿਸੇ ਤਰੀਕੇ ਦਾ ਪ੍ਰਲੋਭਨ ਲੋਕਾਂ ਨੂੰ ਦੇ ਰਿਹਾ ਤੇ ਕੋਈ ਇਹ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੁਝ ਕੀਤਾ ਜਾਵੇਗਾ ਸਾਡੇ ਵੱਲੋਂ, ਇਸ ਕਰਕੇ ਸਾਨੂੰ ਵੋਟ ਪਾਈ ਜਾਵੇ। ਪਰ ਇਹਨਾਂ ਸਾਰਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਮੂਲ ਮੁੱਦੇ ਨੇ, ਉਹਨਾਂ ਮੂਲ ਮੁੱਦਿਆਂ ਦੇ ਉੱਤੇ ਕੋਈ ਵੀ ਪਾਰਟੀ ਅਜੇ ਪਰਪੱਕਤਾ ਦੇ ਨਾਲ ਹੱਥ ਧਰਦੀ, ਉਹਨਾਂ ਦੀ ਗੱਲ ਕਰਦੀ ਨਜ਼ਰ ਨਹੀਂ ਆ ਰਹੀ। ਪੰਜਾਬ ਦੇ ਮੂਲ ਮੁੱਦੇ ਕਿਹੜੇ ਨੇ? ਉਹਨਾਂ ਮੂਲ ਮੁੱਦਿਆਂ ਦੇ ਵਿੱਚ ਸਭ ਤੋਂ ਅਹਿਮ ਗੱਲ ਕੀਤੀ ਜਾ ਸਕਦੀ ਹੈ ਵਾਤਾਵਰਣ ਦੀ। ਕਰੋਨਾ ਦੇ 2 ਸਾਲਾਂ ਦੇ ਵਿੱਚ ਸਾਨੂੰ ਕੁਦਰਤ ਨੇ ਸਿਖਾਤਾ ਕਿ ਜੇ ਅਸੀਂ ਆਪਣੇ ਵਾਤਾਵਰਣ ਨੂੰ ਨਹੀਂ ਸੰਭਾਲ ਕੇ ਰੱਖਦੇ, ਆਕਸੀਜਨ ਸਾਡੇ ਕੋਲ ਠੀਕ ਤਰੀਕੇ ਨਾਲ ਨਹੀਂ ਮਿਲਦੀ ਤੇ ਫਿਰ ਮਸਨੂਈ ਆਕਸੀਜਨ ਦੀ ਘਾਟ ਤੱਕ ਵੀ ਪੈਦਾ ਹੋ ਸਕਦੀ ਹੈ, ਜਾਨਾਂ ਜਾ ਸਕਦੀਆਂ। ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਹੇਠਾਂ ਨੂੰ ਜਾ ਰਿਹਾ ਹੈ, ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ, ਪਾਣੀ ਪ੍ਰਦੂਸ਼ਿਤ ਹੋ ਰਹੇ ਨੇ। ਸੋ ਇਸ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਅਜੇ ਕੋਈ ਉਂਗਲ ਧਰਨ ਨੂੰ ਤਿਆਰ ਨਹੀਂ ਸਿਆਸੀ ਪਾਰਟੀਆਂ। ਪਰ ਹਰ ਵਾਰੀ ਹਰ ਚੋਣ ਦੇ ਵਿੱਚ ਇੱਕ ਸ਼ਖਸੀਅਤ ਜਿਹੜੀ ਵਾਤਾਵਰਣ ਦੇ ਮੁੱਦੇ ਵੀ ਉਭਾਰਦੀ ਹੈ ਤੇ ਪੰਜਾਬ ਦੇ ਮੂਲ ਮੁੱਦਿਆਂ ਦੀ ਵੀ ਗੱਲ ਕਰਦੀ ਹੈ ਕਿ ਸਿਆਸੀ ਪਾਰਟੀਆਂ ਥੋੜਾ ਜਿਹਾ ਇਸ ਪਾਸੇ ਵੱਲ ਧਿਆਨ ਦੇਣ। ਸੋ ਉਹ ਸ਼ਖਸੀਅਤ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਹੋਰੀ ਨੇ, ਜਿਹੜੇ ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਬਲਬੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਾਰਿਆਂ ਦਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ। ਚੋਣਾਂ ਆ ਗਈਆਂ ਨੇ, ਮਾਹੌਲ ਗਰਮਾ ਗਿਆ ਆ, ਤਰ੍ਹਾਂ ਤਰ੍ਹਾਂ ਦੇ ਵਾਅਦੇ, ਤਰ੍ਹਾਂ ਤਰ੍ਹਾਂ ਦੇ ਦਾਅਵੇ ਬਾਬਾ ਜੀ ਕੀਤੇ ਜਾ ਰਹੇ ਆ। ਇਹਨਾਂ ਦਾਅਵਿਆਂ ਤੇ ਇਹਨਾਂ ਵਾਅਦਿਆਂ ਦੇ ਵਿੱਚ ਤੁਹਾਡਾ ਮੁੱਦਾ ਉਹੀ ਰਹਿੰਦਾ ਹਰ ਚੋਣ ਦੇ ਵਿੱਚ, ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ, ਕਿ ਭਾਈ ਵਾਤਾਵਰਣ ਦੀ ਗੱਲ ਕੌਣ ਕਰੇਗਾ, ਪੰਜਾਬ ਦੇ ਮੂਲ ਮੁੱਦਿਆਂ ਦੀ ਗੱਲ ਕੌਣ ਕਰੇਗਾ। ਆਪਾਂ ਇਸ ਕਰਕੇ ਜਿੱਥੇ ਬਿਜਲੀ ਹੋਈ ਪਈ ਹੈ, ਮੁਫਤ ਹੋਈ ਪਈ ਹੈ, ਉੱਥੇ ਹੀ ਆਪਾਂ ਵਾਤਾਵਰਣ ਤੋਂ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ ਕਿ ਆ ਕਰੋਨਾ ਨੇ ਬਾਬਾ ਜੀ ਦਿਖਾਤਾ ਆ ਕਿ ਤੁਸੀਂ ਜੇ ਆਪਣੇ ਪਰਿਆਵਰਣ ਦੀ ਸੰਭਾਲ ਨਹੀਂ ਕਰਦੇ ਤੇ ਫਿਰ ਤੁਹਾਡੇ ਲਈ ਕੰਮ ਔਖਾ ਹੋ ਸਕਦਾ, ਕਸੂਤਾ ਹੋ ਸਕਦਾ। ਹੁਣ ਸਿਆਸੀ ਪਾਰਟੀਆਂ ਤੇ ਇਸ ਪਾਸੇ ਵੱਲ ਕੋਈ ਧਿਆਨ ਹੀ ਨਹੀਂ ਦੇ ਰਹੀਆਂ, ਕਿਸੇ ਪਾਰਟੀ ਦਾ ਬਿਆਨ ਇਹਨੂੰ ਲੈ ਕੇ ਨਹੀਂ ਆਇਆ। ਕੀ ਹੋ ਸਕਦਾ ਹੈ, ਕਿਵੇਂ ਲੋਕ ਇਹ ਵਾਤਾਵਰਣ ਨਾਲ ਸੰਬੰਧਿਤ ਮੁੱਦੇ ਨੂੰ ਪਾਰਟੀਆਂ ਦੇ ਅੱਗੇ ਰੱਖ ਸਕਦੇ ਤੇ ਕਿਵੇਂ ਪਾਰਟੀਆਂ ਇਸ ਪਾਸੇ ਵੱਲ ਧਿਆਨ ਦੇ ਸਕਦੀਆਂ ਤੇ ਉਹਦੇ ਵਿੱਚ ਤੁਹਾਡੀ ਕੀ ਭੂਮਿਕਾ ਆ, ਉਹਦੇ ਬਾਰੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਕਿ ਹਰ ਵਾਰੀ ਅਸੀਂ এনवायरमेंट ਦੀ ਗੱਲ ਕਰਦੇ ਹਾਂ। ਲੰਬੇ ਸਮੇਂ ਤੋਂ 20-21 ਸਾਲ ਤੋਂ ਜਦੋਂ ਪਵਿੱਤਰ ਵੇਈ ਦੀ ਸੇਵਾ ਦਾ ਕਾਰਜ ਆਰੰਭ ਹੋਇਆ ਕਿ ਸਾਨੂੰ ਜਿਹੜਾ ਹੈ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ ਸਾਡਾ ਮੌਲਿਕ ਅਧਿਕਾਰ ਆ, ਰਾਈਟ ਟੂ ਲਿਵ, ਜਿਉਣ ਦਾ ਹੱਕ ਆ। ਸਾਡਾ ਜਿਉਣ ਦਾ ਹੱਕ ਵੀ ਖੋਇਆ ਜਾ ਰਿਹਾ। ਸੋ ਜੋ এনवायरमेंट ਦੇ ਨੁਕਸਾਨ ਦੇ ਨਾਲ ਸਾਡੀ ਹੈਲਥ ਦਾ ਨੁਕਸਾਨ ਹੋ ਰਿਹਾ, ਸਾਡੇ ਪਾਣੀ ਜਿਹੜੇ ਧਰਤੀ ਥੱਲੇ ਪ੍ਰਦੂਸ਼ਿਤ ਹੋ ਗਿਆ, ਹਵਾ ਵਿੱਚ ਸਾਹ ਲੈਣ ਯੋਗ ਨਹੀਂ। ਤੁਸੀਂ ਕਰੋਨਾ ਵਰਗੀ ਬਿਮਾਰੀ ਦੀ ਗੱਲ ਕੀਤੀ ਹੈ ਕਿ ਆਕਸੀਜਨ ਦਾ ਸਿਲੰਡਰ 30,000 ਰੁਪਏ ਨੂੰ ਵਿਕਿਆ, 3 ਸਿਲੰਡਰ ਰੋਜ਼ ਅਸੀਂ ਖਾਂਦੇ ਹਾਂ। ਸਮਝ ਲਓ 90,000 ਦੀ ਆਕਸੀਜਨ ਅਸੀਂ ਖਾ ਜਾਂਦੇ, ਜਿਹੜੀ ਕੁਦਰਤ ਦੀ ਦਾਤ ਆ, ਉਹਦੇ ਵਿੱਚ ਸਾਡਾ ਕੋਈ ਹਿੱਸੇਦਾਰੀ ਨਹੀਂ। ਸੋ ਉਹਦੇ ਵਾਸਤੇ ਹੈ ਕਿ ਜੇ ਇਹ ਸਾਰਾ ਕੁਝ ਜਿਸ ਦਿਨ ਸਾਡੇ ਵੱਡਿਆਂ ਕੋਲ
ਇਹ ਸਾਰਾ ਕੁਝ ਜਿਹੜਾ ਭਾਵੇਂ ਉਹ ਆਰਥਿਕ ਤੌਰ ਤੇ ਅਸੀਂ ਕਿਸ ਤਰ੍ਹਾਂ ਸੀ, ਚਾਹੇ ਉਸ ਵੇਲੇ ਰਾਜਨੀਤਿਕ ਤੌਰ ਤੇ ਮਾਹੌਲ ਇੱਥੇ ਕਿਸ ਤਰ੍ਹਾਂ ਦੇ ਰਹੇ ਆ, ਵਾਪਰਦੇ ਰਹੇ ਭਾਣੇ, ਪਰ ਉਹਨਾਂ ਨੇ এনवायरमेंट ਨੂੰ ਬਚਾ ਕੇ ਰੱਖਿਆ। ਪਰ ਹੁਣ ਸਾਡੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਕੋਲ এনवायरमेंट ਨਹੀਂ। ਤੇ ਹਰ ਵਾਰੀ ਪੋਲੀਟੀਕਲ ਪਾਰਟੀਆਂ ਨੂੰ ਜਿਹੜੀਆਂ ਹੈ, ਅਸੀਂ ਹਰ ਵਾਰੀ ਕੋਸ਼ਿਸ਼ ਕਰਦੇ ਹਾਂ, ਪਹਿਲਾਂ ਤਾਂ ਕੋਈ ਸ਼ਬਦ ਹੀ ਨਹੀਂ ਹੁੰਦਾ ਸੀ এনवायरमेंट ਇਹਨਾਂ ਦੇ ਚੋਣ ਮੈਨੀਫੈਸਟੋ 'ਚ, ਉਹ ਸ਼ਬਦ ਵੀ ਲਿਆਉਣੇ ਸ਼ੁਰੂ ਹੋ ਗਏ, ਥੋੜੇ ਬਹੁਤੇ ਲਿਖਣੇ ਵੀ ਸ਼ੁਰੂ ਹੋ ਗਏ, ਅਸੀਂ ਆਹ ਕਰਾਂਗੇ। ਪਰ ਉਸ ਤੋਂ ਬਾਅਦ ਜਦੋਂ ਸੱਤਾ ਦੀ ਕੁਰਸੀ ਆ ਜਾਂਦੀ ਹੈ, ਉਦੋਂ ਸਾਰੇ ਵਾਅਦੇ ਜਿਹੜੇ ਆ ਭੁੱਲ ਜਾਂਦੇ ਆ। ਸੋ ਇਹ ਇੱਕ ਬਹੁਤ ਵੱਡੀ ਤਰਾਸਦੀ ਆ। ਇਹ ਭੁੱਲ ਕਿਉਂ ਜਾਂਦੇ ਆ? ਇਹਦਾ ਕਾਰਨ ਵੀ ਇਹੀ ਹੈ ਕਿ ਅਸੀਂ ਸਮਝਦਾਰੀ ਦੇ ਨਾਲ ਵੋਟਾਂ ਨਹੀਂ ਪਾਉਂਦੇ। ਅੱਛਾ, ਮੈਂ ਇੱਥੇ ਥੋੜਾ ਜਿਹਾ ਰੋਕ ਕੇ ਗੱਲ ਕਰਨੀ ਚਾਹੁੰਦਾ। 2017 ਦੇ ਵਿੱਚ ਵੀ ਤੁਸੀਂ ਇਹੀ ਟੀਚਾ ਜਿਹੜਾ ਉਹ ਲਿਆ ਸੀਗਾ। ਮੈਨੂੰ ਯਾਦ ਆ ਬਕਾਇਦਾ ਤੁਸੀਂ ਸੀਚੇਵਾਲ ਦੇ ਵਿੱਚ ਇੱਕ ਬਹਿਸ ਵੀ ਕਰਵਾਉਂਦੇ ਆ, ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉੱਥੇ ਸੱਦਦੇ ਆ ਕਿ ਵਾਤਾਵਰਣ ਦੇ ਵਿਸ਼ੇ ਦੇ ਉੱਤੇ ਤੁਹਾਡੀ ਪਾਰਟੀ ਦਾ ਕੀ ਹੈ ਮਨੋਰਥ, ਕੀ ਮੈਨੀਫੈਸਟੋ 'ਚ ਤੁਸੀਂ ਉਹਨੂੰ ਲੈ ਕੇ ਪਾ ਰਹੇ ਹੋ, ਉਹਦੇ ਬਾਰੇ ਚਰਚਾ ਕਰਵਾਈ ਜਾਂਦੀ ਹੈ। 17 ਦੇ ਵਿੱਚ ਕਾਂਗਰਸ ਨੇ ਜਦੋਂ ਤੁਸੀਂ ਉਸ ਤਰੀਕੇ ਦੀ ਬਹਿਸ ਕਰਵਾਈ ਸੀ, ਕਾਂਗਰਸ ਨੇ ਕੋਈ ਵਾਅਦਾ ਕੀਤਾ ਸੀ ਤੁਹਾਡੇ ਨਾਲ ਕਿ ਸੱਤਾ ਚਾਣ ਕੇ ਵਾਤਾਵਰਣ ਨੂੰ ਲੈ ਕੇ ਆਹ ਕਰਾਂਗੇ? ਤੁਹਾਨੂੰ ਲੱਗਦਾ ਉਹ ਵਾਅਦਾ ਵਫਾ ਹੋਇਆ ਹੈ? ਨਹੀਂ, ਸਾਰਾ ਕੁਛ ਹੀ ਉਦੋਂ ਤਾਂ ਕਹਿੰਦੇ ਆ। ਉਹ ਸਾਡੇ ਕੋਲ ਰਿਕਾਰਡਿੰਗਾਂ ਸਾਰੀਆਂ ਪਈਆਂ, ਕੀ ਕਿਸੇ ਨੇ ਕਿਹਾ। ਪਰ ਸਾਡੇ ਕੋਲ ਇਹੋ ਜਿਹੇ ਵੀ ਹੈ ਕਿ ਅਸੀਂ ਇਹਨਾਂ ਦੇ ਕਈ ਸਾਲ ਇਲੈਕਸ਼ਨਾਂ ਦੇ ਉੱਤੇ ਇਹਨਾਂ ਦੇ ਕੋਲੋਂ ਉਹ ਪਰਨ ਪੱਤਰ ਲੈਂਦੇ ਹੁੰਦੇ ਸੀ। ਜਿੰਨੇ ਵੀ ਕੈਂਡੀਡੇਟ ਖੜਦੇ ਆ, ਉਹ ਸਾਡੇ ਕੋਲ ਢੇਰ ਲੱਗਾ ਪਿਆ ਪਰਨ ਪੱਤਰਾਂ ਦਾ। ਤੇ ਜੇ ਉਹਨਾਂ ਦੇ ਵਿੱਚੋਂ ਇੱਕ ਨੇ ਤਾਂ ਬਣਨਾ ਹੀ ਹੁੰਦਾ, ਪਰ ਉਹ ਕਿੰਨੇ ਬਣੇ ਆ, ਕੀ ਕੀਤਾ, ਕਿਸੇ ਨੇ ਕੁਛ ਨਹੀਂ ਦੱਸਿਆ। ਕਿਉਂਕਿ ਅਸੀਂ ਉਹੀ ਕਹਿ ਸਕਦੇ ਹਾਂ ਕਿ ਜਿਹੜਾ ਉਹਨੇ ਵਿਧਾਨ ਸਭਾ ਵਿੱਚ ਜਾ ਕੇ ਬੋਲਿਆ ਹੋਵੇ, ਜਾਂ ਉਹਨਾਂ ਨੇ ਲੋਕ ਸਭਾ ਵਿੱਚ ਜਾ ਕੇ ਬੋਲਿਆ ਹੋਵੇ, ਜਾਂ ਕਿਸੇ ਮੰਚ ਤੋਂ ਆਵਾਜ਼ ਉਠਾਈ ਹੋਵੇ, ਉਹਦੀ ਫੋਟੋ ਵੀ ਲੱਗਦੀ ਹੈ। ਜਦੋਂ ਕੋਈ ਪੋਲੀਟੀਕਲ ਲੀਡਰ ਆਵਾਜ਼ ਗੱਲ ਕਰਦਾ, ਉਹ ਸਪੈਸ਼ਲ ਫੋਟੋ ਤੋਂ ਬਿਨਾਂ ਤੋਂ ਕਰਦਾ ਹੀ ਨਹੀਂ। ਤੇ ਤੁਸੀਂ ਦੇਖੀ ਹੋਵੇ ਤਾਂ ਤੁਸੀਂ ਦੱਸ ਦਿਓ ਕਿ ਕਿਸੇ ਨੇ ਮੁੱਦਾ ਉਠਾਇਆ ਹੋਵੇ। ਕਿਉਂਕਿ ਇਹ ਦਿਨ ਹੁੰਦੇ ਆ ਜਦੋਂ ਪੋਲੀਟੀਕਲ ਪਾਰਟੀਆਂ ਨੇ ਵਾਅਦੇ ਕਰਨੇ ਹੁੰਦੇ ਆ, ਤੇ ਅਸੀਂ ਜਾਂ ਉਹਨਾਂ ਦੀ ਅਖੰਡ ਚਾਹ ਦੇ ਉੱਤੇ ਰੀਝ ਜਾਂਦੇ ਹਾਂ, ਜਾਂ ਜੇ ਥੋੜ੍ਹਾ ਬਹੁਤਾ ਨਸ਼ਾ ਖਾਂਦੇ ਅਸੀਂ ਨਸ਼ਿਆਂ ਦੇ ਉੱਤੇ, ਜਾਂ ਡੋਡੇ ਸ਼ਰਾਬ ਅਖੀਰ ਦੇ ਉੱਤੇ ਜਿਹਦੇ ਕੋਲ ਹੈਗੇ ਆ ਪੈਸਿਆਂ ਦੇ ਉੱਤੇ ਜਦੋਂ ਸਾਨੂੰ ਨੋਟ ਮਹਾਤਮਾ ਗਾਂਧੀ ਵਾਲੇ ਦਿਖਾ ਦਿੰਦੇ ਆ, ਤੇ ਅਸੀਂ ਉਹਨਾਂ ਨੂੰ ਮੁੱਠ 'ਚ ਲੈਂਦੇ ਹਾਂ ਤੇ ਵੋਟ ਅਸੀਂ ਪਾ ਦਿੰਦੇ ਹਾਂ। ਫਿਰ ਉਹਨਾਂ ਨੂੰ ਹੁੰਦਾ ਕਿ ਵੋਟ ਸਾਨੂੰ ਪੈਸਿਆਂ ਨਾਲ ਵੀ ਮਿਲ ਜਾਣੀ ਹੈ, ਵੋਟ ਸਾਨੂੰ ਡੋਡਿਆਂ ਸ਼ਰਾਬ ਦੇ ਨਸ਼ਿਆਂ ਨਾਲ ਵੀ ਮਿਲ ਜਾਣੀ ਹੈ, ਵੋਟ ਅਸੀਂ ਮਜ਼ਹਬੀ ਜਿਹੜਾ ਹੈਗਾ ਕੋਈ ਜਾਤ ਪਾਤ ਦੇ ਖੜਾ ਕਰਕੇ ਉਹਦੇ ਨਾਲ ਵੀ ਸਾਨੂੰ ਮਿਲ ਜਾਣੀ ਹੈ। ਸਾਨੂੰ এনवायरमेंट ਦੀ ਲੋੜ ਕੀ ਹੈ? ਜਿੱਦਣ ਅਸੀਂ ਇਹਨਾਂ ਚੀਜ਼ਾਂ ਨੂੰ, ਸਾਡੇ ਲੋਕ ਵੋਟਾਂ ਪਾਉਣ ਵਾਲੇ ਵੋਟਰ ਪੰਜਾਬ ਦੇ, ਭਾਰਤ ਦੇ, ਇਹ ਮੰਗਣਗੇ ਵੀ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ, ਸਾਨੂੰ ਲੋੜ ਆ ਸ਼ੁੱਧ ਹਵਾ, ਸ਼ੁੱਧ ਪਾਣੀ, ਸ਼ੁੱਧ ਖੁਰਾਕ। ਅਸੀਂ এনवायरमेंट ਸ਼ੁੱਧ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੀ ਹੈਲਥ ਠੀਕ ਰਹੇ, ਸਾਨੂੰ ਜਿਹੜੀ ਹੈਗੀ, ਅਸੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਮਿਲੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਡਾਂਗਾ ਖਾਂਦੇ ਰੋਜ਼ ਜਾ ਕੇ ਚੰਡੀਗੜ੍ਹ, ਤੁਸੀਂ ਕੱਲ੍ਹ ਹੀ ਦੇਖਿਆ ਕਿ 1100 ਕਿੰਨੇ ਪਟਵਾਰੀ ਰੱਖਣੇ ਸੀ, ਤੇ 2.5 ਲੱਖ ਤੋਂ ਦੇ ਨੇੜੇ ਦੇ ਉੱਤੇ 1,33,000 ਜਿਹੜੇ ਹੈਗੇ ਆ ਉਹ ਕੈਂਡੀਡੇਟ ਜਿਹੜੇ ਹੈਗੇ ਆ ਉਹ ਪੇਪਰ ਦੇਣ ਵਾਲੇ ਹੋ ਗਏ। ਇੱਕ ਬੱਸ ਦਾ ਤਾਂ ਐਕਸੀਡੈਂਟ ਤੱਕ ਹੋ ਗਿਆ। ਕੀ ਹਾਲਾਤ ਹੋਈ ਵੀ, ਕਿੰਨੀ ਕੁ ਹੈਗੀ ਹੈ ਕਿ ਇੱਕ ਇਹਨਾਂ ਦੇ ਵਿੱਚੋਂ ਕਿੰਨੇ ਕੁ ਰੱਖ ਹੋਣਗੇ ਤੇ ਕਿੰਨਿਆਂ ਨੂੰ ਹੈ ਬਾਹਰ ਜਾਣਾ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ। ਪਰ ਉਹਦੇ ਉੱਤੇ ਇਹਦੇ ਵਿੱਚ ਅੰਦਾਜ਼ਾ ਲਾ ਸਕਦੇ ਵੀ ਸਾਡੀ ਬੇਰੁਜ਼ਗਾਰੀ ਦੀ ਹੱਦ ਕੀ ਹੈ। ਫਿਰ ਸਾਡੇ ਬੱਚੇ ਜਿਹੜੇ ਹੈਗੇ +2 ਕਰਕੇ ਇੱਥੇ ਦੌੜਦੇ ਕਿਉਂ ਆ? ਮਾਂ-ਬਾਪ ਕਿਉਂ ਕਹਿੰਦੇ ਵੀ ਸਾਡੇ ਬੱਚੇ ਬਾਹਰ ਚਲ ਜਾਣ? ਕਿਉਂਕਿ ਇਸੇ ਹਾਲਾਤ ਇਹੋ ਜਿਹੇ ਬਣ ਚੁੱਕੇ ਆ। ਉਹਦੇ ਬਾਰੇ ਕੋਈ ਪੋਲੀਟੀਕਲ ਪਾਰਟੀ ਨਹੀਂ। ਹਰ ਵਾਰੀ ਕਹਿੰਦੇ ਅਸੀਂ ਰੁਜ਼ਗਾਰ ਦੇਵਾਂਗੇ, ਘਰ ਘਰ ਰੁਜ਼ਗਾਰ ਦੇਵਾਂਗੇ, ਸਾਰਿਆਂ ਨੂੰ ਰੁਜ਼ਗਾਰ ਦੇਵਾਂਗੇ। ਕਿੱਥੇ ਮਿਲਿਆ ਰੁਜ਼ਗਾਰ? ਕਿਸੇ ਹੈ। ਕਿਉਂਕਿ ਇਹਨਾਂ ਚੀਜ਼ਾਂ ਦੇ ਅਸੀਂ ਵਾਅਦੇ ਕਰਕੇ ਉਸ ਵੇਲੇ ਹੀ ਸੋਚ ਲੈਂਦੇ ਹਮੇਸ਼ਾ ਫਲਾਣੇ ਦੀ ਸਰਕਾਰ ਬਣਾ ਜੀ, ਇੰਨੇ ਦਿਨ ਨੂੰ ਤਾਂ ਸਾਨੂੰ ਮੋਬਾਈਲ ਵੀ ਮਿਲ ਜਾਣਾ, ਇੰਨੇ ਸਾਨੂੰ ਆਹ ਵੀ ਮਿਲ ਜਾਣਾ, ਇੰਨੇ ਸਾਡੇ ਤੇ ਜਿਹੜੇ ਨਿਆਣਿਆਂ ਦੇ ਜਿਹੜੇ ਹੈਗੇ ਆ ਉਹ ਤੜਾਗੀਆਂ ਪਾਉਣ ਵੀ ਲੀਡਰ ਆਉਣਗੇ। ਇਹੋ ਜਿਹੇ ਵਾਅਦਿਆਂ ਦੇ ਉੱਤੇ ਅਸੀਂ ਲੋਕ ਜਿਹੜੇ ਹੈਗੇ ਆ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਸਮਝਦੇ ਨਹੀਂ। ਅੱਛਾ, ਇੱਕ ਚੀਜ਼ ਹੋ ਰਿਹਾ, ਸਿਆਸੀ ਪਾਰਟੀਆਂ ਨੂੰ ਤਾਂ ਤੁਸੀਂ ਚੁੰਡੀ ਵੱਢਣੀ ਸ਼ੁਰੂ ਕਰਤੀ ਕਿ ਲਓ ਭਾਈ ਅਸੀਂ ਤੁਹਾਡੀ ਬਹਿਸ ਮੁਸਾਬੇ ਕਰਾਉਣੇ, ਤੁਹਾਡੇ ਤੋਂ ਪ੍ਰਣ ਪੱਤਰ ਲੈਣੇ ਆ ਕਿ ਵਾਤਾਵਰਣ ਨੂੰ ਲੈ ਕੇ ਤੁਸੀਂ ਦੱਸੋ ਕਿ ਕੀ ਕਰੋਗੇ ਜੇ ਸੱਤਾ 'ਚ ਆ ਗਏ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਆ ਉਹ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੋ ਵਾਪਰ ਜਾਂਦੀਆਂ ਨੇ ਕਿ ਲੋਕ ਉਸ ਸਮੇਂ 'ਚ ਜਾ ਕੇ ਕਿਸੇ ਲਾਲਚ ਵਸ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਲੈਂਦੇ ਨੇ।
ਹੁਣ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਥੋੜਾ ਬਹੁਤਾ ਜਾਗਰੂਕ ਕਰਨ ਦੀ ਲੋੜ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ ਤੁਹਾਡੇ ਵੱਲੋਂ, ਉਹਨਾਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ? ਕਿਉਂਕਿ ਜੇ ਮੁਫਤ ਦੀ ਬਿਜਲੀ ਤੁਸੀਂ ਮੰਨਣੀ ਆ ਤਾਂ ਵੀ ਮੰਨੋਗੇ ਜੇ ਤੁਸੀਂ ਸਿਹਤ ਤੁਹਾਡੀ ਠੀਕ ਹੋਏਗੀ। ਜੇ ਆਟਾ ਦਾਲ ਸਕੀਮ ਦੇ ਤਹਿਤ ਉਹ ਰੋਟੀ ਖਾਣੀ ਆ ਤੇ ਜਿੱਦਾਂ ਦੀ ਸਥਿਤੀ ਆ ਉਹਦੀ, ਜਿੱਦਾਂ ਦੀ ਕਣਕ ਆਉਂਦੀ ਹੈ, ਜੇ ਤੁਸੀਂ ਤੰਦਰੁਸਤ ਹੋਏਗੇ ਹਜ਼ਮ ਤੁਹਾਨੂੰ ਤਾਂ ਹੀ ਹੋਣੀ ਆ ਉਹ। ਸੋ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ? ਲੋਕਾਂ ਲਈ ਹਮੇਸ਼ਾ ਅਸੀਂ ਜਿਹੜੀ ਹੈਗੀ ਆ ਜਿੱਥੇ ਜਿੱਥੇ ਵੀ ਸਾਨੂੰ ਮਿਲਦਾ, ਮੰਚ ਮਿਲਦਾ, ਹਰ ਮੰਚ ਦੇ ਉੱਤੇ, ਹਰ ਜਿੱਥੇ ਵੀ ਸਾਨੂੰ ਬੋਲਣ ਦਾ ਸਮਾਂ ਮਿਲਦਾ, ਇਹੀ ਹੈ ਕਿ ਬਾਕੀ ਚੀਜ਼ਾਂ ਜਿਹੜੀਆਂ 2 ਨੰਬਰ ਤੇ ਆ। ਹਵਾ, ਸਾਹ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ, ਪਾਣੀ ਤੋਂ ਬਿਨਾਂ ਅਸੀਂ ਨਹੀਂ ਬਚ ਸਕਦੇ, ਪ੍ਰਸਾਦੇ ਤੋਂ ਬਿਨਾਂ ਅਸੀਂ ਨਹੀਂ। ਇਹ ਸਾਡੀਆਂ ਤਿੰਨੇ ਹੀ ਸਾਡੇ ਕੋਲ ਨੇ। ਜਿਹੜੀ ਚੀਜ਼ ਮੰਗਣ ਵਾਲੀ ਹੈ, ਜਿਹੜੀ ਚੀਜ਼ ਤੋਂ ਬਿਨਾਂ ਅਸੀਂ, ਜਿਹਦੇ ਤੋਂ ਬਿਨਾਂ ਅਸੀਂ ਬਿਮਾਰ ਹੋਵਾਂਗੇ, ਸਾਨੂੰ ਬਾਕੀ ਚੀਜ਼ਾਂ ਮਾਇਆ ਤਾਂ ਫਿਰ ਸਾਡੇ ਅਰਥ ਆਊਗੀ ਜੇ ਸਾਡੀ ਸਿਹਤ ਹੋਊਗੀ। ਹਰ ਥਾਂ ਦੇ ਉੱਤੇ ਹਰ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹਾਂ, ਹਰ ਵੋਟਰਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੋਟ ਪਾਉਣ ਤੋਂ ਪਹਿਲਾਂ ਇਹ ਚੀਜ਼ਾਂ, ਜਿਹੜੇ ਵੀ ਸਾਡੇ ਪਿੰਡਾਂ ਵਿੱਚ ਆਉਂਦੇ ਲੀਡਰ, ਉਹਨਾਂ ਕੋਲ ਪੁੱਛੋ। ਤੁਹਾਡੇ ਘਰਾਂ ਤੇ ਪਿਛਲੀ ਵਾਰੀ ਵੀ ਅਸੀਂ ਆਪਣੇ ਸ਼ੁਰੂ ਕਰਵਾਈ ਸੀ ਮੁਹਿੰਮ, ਤੇ ਲੋਕਾਂ ਦੇ ਘਰਾਂ ਦੇ ਮੂਹਰੇ ਲਿਖ ਕੇ ਲਾਇਆ ਸੀ ਕਿ ਅਸੀਂ ਸ਼ਰਾਬ, ਡੋਡਿਆਂ ਦੇ ਉੱਤੇ ਜਾਂ ਲਾਲਚ ਉੱਤੇ ਅਸੀਂ ਵੋਟ ਨਹੀਂ ਪਾਵਾਂਗੇ। ਸਾਨੂੰ এনवायरमेंट ਆ ਕਿ ਹਰ ਘਰ ਦੇ ਮੂਹਰੇ ਅਗਲਾ ਬਣਨ ਲੱਗਾ ਉਹ ਪੜ੍ਹ ਕੇ ਦੇਖੇ ਵੀ ਇਹ ਜਿਹੜੀ ਹੈਗੀ ਆ, ਘੱਟੋ ਘੱਟ ਲੋਕਾਂ ਦੇ ਅੰਦਰ ਇਹ ਮੈਸੇਜ ਜਾਣਾ ਚਾਹੀਦਾ ਪੋਲੀਟੀਕਲ ਪਾਰਟੀਆਂ ਤੱਕ, ਪੋਲੀਟੀਕਲ ਲੋਕਾਂ ਤੱਕ, ਕਿ ਲੋਕ ਇਹ ਚੀਜ਼ ਮੰਗਦੇ ਆ। ਜਿੱਦਣ ਲੋਕ ਮੰਗਣ ਲੱਗ ਪਏ, ਕਿਉਂਕਿ ਹੁਣ ਕੀ ਹੈ, ਉਹਨਾਂ ਨੂੰ ਪਤਾ ਕਿ ਸਾਡੀ ਪੈਸਿਆਂ ਨਾਲ ਹੁਣ ਇਲੈਕਸ਼ਨਾਂ ਆਉਣੀਆਂ, ਟਿਕਟਾਂ ਦੀ ਦੌੜ ਲੱਗਣੀ ਆ। ਹੁਣ ਉਹਦੇ ਵਿੱਚ ਇਹ ਥੋੜ੍ਹਾ ਕਿ ਬੰਦਾ ਚੁਣਿਆ ਜਾਣਾ ਵੀ ਫਲਾਨਾ ਬੰਦਾ ਵਧੀਆ ਵਾ, ਇਹ ਕੰਮ ਕਰਦਾ ਵਾ, ਜੇ ਕੋਈ ਵਰਕਰ, ਉਹਦੇ ਵਿੱਚ ਇਹ ਦੇਖਿਆ ਜਾਣਾ ਵੀ 5 ਕਰੋੜ ਕੌਣ ਖਰਚ ਕਰਦਾ। ਜੇ ਉਹ 5 ਕਰੋੜ ਨਹੀਂ ਖਰਚ ਕਰ ਸਕਦਾ, ਉਹਨੂੰ ਟਿਕਟ ਨਹੀਂ ਮਿਲਣੀ, ਭਾਵੇਂ ਕੋਈ ਪਾਰਟੀ ਹੈ। ਹਰ ਪਾਰਟੀ ਨੇ ਵੰਡਣੇ ਜੇ ਦਿੰਦੇ, ਜੇ ਕੋਈ ਕਵੇ ਨਾ, ਸਾਰੇ ਕਰਦੇ ਆ। ਉਹ ਬੰਦਾ ਜਾਂ ਜਿਹੜਾ ਹੈਗਾ ਤਕੜਾ ਵਾ, ਮਸਲ ਪਾਵਰ ਵਾਲਾ, ਜਾਂ ਉਹਦੀ ਜਿਹੜੀ ਚੱਲਦੀ ਆ ਜਾਂ ਕੁਛ, ਉਹੋ ਜਿਹੇ ਬੰਦੇ ਦੇਖਦੇ ਆ। ਉਹ ਕਿਉਂ ਦੇਖਦੇ ਆ? ਉਹਨਾਂ ਨੂੰ ਪਤਾ ਇਹਨਾਂ ਨੇ ਵੋਟਾਂ ਲੈ ਲੈਣੀਆਂ। ਸਾਨੂੰ ਵੋਟ ਚਾਹੀਦੀ ਹੈ। ਵੋਟ ਇੱਕ ਤੁਹਾਡੇ ਅੱਗੇ ਪੜ੍ਹੇ ਇਨਸਾਨ ਦੀ ਵੀ ਵੋਟ ਆ, ਤੇ ਇੱਕ ਜਿਹੜਾ ਵੋਟ ਉੱਥੇ ਘਾਹ ਖੋਦ ਦਾ, ਉਹਦੀ ਵੀ ਬਰਾਬਰ ਵੈਲਿਊ ਬਰਾਬਰ ਆ। ਉਹ ਤੁਹਾਡੇ ਵਾਲੇ ਕੋਲ ਵੋਟ ਜਿਹੜੀ ਹੈਗੀ ਆ ਲੈਣੀ ਔਖੀ ਆ। ਉਹ ਕਹਿੰਦੇ ਜਿੱਥੋਂ ਵੋਟਾਂ ਸਾਨੂੰ ਮਿਲ ਸਕਦੀਆਂ ਉਧਰ ਨੂੰ ਮੂੰਹ ਰੱਖਦੇ ਆ। ਜਿੱਦਣ ਆਮ ਲੋਕਾਂ ਨੂੰ ਇਹ ਸਮਝ ਪੈ ਗਈ ਵੀ ਭਾਈ ਅਸੀਂ 50, 100, 500, 1000 ਰੁਪਈਆ ਲੈ ਕੇ ਅਸੀਂ ਆਪਣੇ ਹੱਕ ਨਹੀਂ ਵੇਚਣੇ। ਅਸੀਂ ਜਿਹੜੀ ਹੈਗੀ ਆ ਸਾਡੀ ਜ਼ਮੀਰ ਜਾਗਦੀ ਹੈ, ਜਿੱਥੇ ਅਸੀਂ ਹੋਰ 4, 4.5 ਸਾਲ, 5 ਸਾਲ ਅਸੀਂ ਘਰੋਂ ਪ੍ਰਸਾਦਾ ਸਕਦੇ ਹਾਂ, ਤੇ ਇੱਕ ਦਿਨ, 2 ਦਿਨ, 10 ਦਿਨ ਸਾਡਾ ਕੀ ਬਣੂਗਾ? ਲੋਕਾਂ ਦੇ ਵਿੱਚ ਇਹ ਜ਼ਮੀਰ ਜਾਗਣੀ ਚਾਹੀਦੀ ਹੈ ਕਿ ਅਸੀਂ ਲਾਲਚ ਪਿੱਛੇ ਤਾਂ ਬਿਲਕੁਲ ਨਹੀਂ ਆਉਣਾ। ਅੱਛਾ, ਇੱਕ ਚੀਜ਼ ਹੋ ਰਿਹਾ ਬਾਬਾ ਜੀ, ਜਿਹੜੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇੱਕ ਮਾਹੌਲ ਬਣਿਆ ਸੀਗਾ। ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਜੰਗਲ, ਪਿੰਡਾਂ ਦੇ ਵਿੱਚ ਛੋਟੇ ਜੰਗਲ ਜਿਹੜੇ ਉਹ ਲਾਏ ਗਏ ਸੀਗੇ। ਲੋਕਾਂ ਨੇ ਵਾਤਾਵਰਣ ਨਾਲ ਆਪਣਾ ਪਿਆਰ ਦਿਖਾਇਆ ਸੀਗਾ। ਤੁਸੀਂ ਬਕਾਇਦਾ ਬੂਟੇ ਵੰਡੇ ਸੀਗੇ ਤੇ ਲੋਕ ਦੂਰੋਂ ਤੋਂ ਉੱਥੋਂ ਲੈ ਕੇ ਜਾਂਦੇ ਸੀਗੇ। ਉਹ ਲੱਗਾ ਕਿ ਹਾਂ, ਵਾਤਾਵਰਣ ਨੂੰ ਲੈ ਕੇ ਪ੍ਰੇਮ ਪੈਦਾ ਹੋਇਆ ਲੋਕਾਂ ਦੇ ਵਿੱਚ। ਪਰ ਉਸ ਸਭ ਤੋਂ ਬਾਅਦ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਵੀ ਉੱਠ ਜਾਂਦੀਆਂ ਨੇ ਕਿ ਇਹ ਤਾਂ ਆਮ ਲੋਕ ਨੇ, ਜਿੰਨੀ ਕੋਈ ਲੜਾਈ ਲੜ ਸਕਦੇ ਉਹ ਲੜਨਗੇ। ਇੱਕ ਬੂਟਾ ਲਾ ਸਕਦੇ, 2, 4, 5, 7 ਜਿੰਨੇ ਲਾ ਸਕਦੇ ਆ। ਤੁਸੀਂ ਪ੍ਰਭਾਵ ਰੱਖਦੇ ਹੋ ਇਸ ਮਾਮਲੇ ਦੇ ਵਿੱਚ, ਤੁਸੀਂ ਵਾਤਾਵਰਣ ਦੀ ਲੜਾਈ ਲੜਦੇ ਹੋ ਲਗਾਤਾਰ। ਸਰਕਾਰੀ ਦਰਬਾਰੇ ਵੀ ਤੁਹਾਡੀ ਸੁਣਵਾਈ ਹੋ ਜਾਂਦੀ ਹੈ। ਤੁਹਾਡੀ ਸਰਕਾਰੀ ਦਰਬਾਰੇ ਸੁਣਵਾਈ ਹੁੰਦੀ ਹੈ, ਬਾਵਜੂਦ ਇਸ ਦੇ ਤੁਸੀਂ, ਮੇਰਾ ਖਿਆਲ ਹੈ ਕਿ ਕਿੰਨੀਆਂ ਕੁ ਮੀਟਿੰਗਾਂ ਇਹੋ ਜਿਹੀਆਂ ਕਰ ਲਈਆਂ ਹੋਣਗੀਆਂ ਜਿਹੜੀਆਂ ਵਾਤਾਵਰਣ ਨੂੰ ਲੈ ਕੇ, ਜਿਹੜੇ ਪੰਜਾਬ ਦੇ ਪਾਣੀਆਂ ਦੇ ਵਿੱਚ ਜ਼ਹਿਰੀਲਾ ਪਾਣੀ ਸੁੱਟਿਆ ਜਾਂਦਾ ਫੈਕਟਰੀਆਂ ਦਾ, ਉਹਨਾਂ ਨੂੰ ਲੈ ਕੇ ਆ, ਜਾਂ ਗੰਦਾ ਪਾਣੀ ਜਿਹੜਾ ਮਿਕਸ ਕੀਤਾ ਜਾਂਦਾ ਉਹਨਾਂ ਨੂੰ ਲੈ ਕੇ। ਉਹ ਲੜਾਈ ਕਿੱਥੋਂ ਤੱਕ ਪਹੁੰਚੀ? ਲੋਕ ਕਹਿੰਦੇ ਨੇ ਕਿ ਉਹ ਲੜਾਈ ਕਿਸੇ ਸਿਰੇ ਬੰਨੇ ਨਹੀਂ ਲੱਗ ਰਹੀ। ਜੇ ਬਾਬਾ ਜੀ ਦੀ ਗੱਲ ਦੀ ਸੁਣਵਾਈ ਨਹੀਂ ਹੋ ਰਹੀ ਤੇ ਸਾਡੀ ਸਰਕਾਰ ਨੇ ਕਿੰਨੀ ਕੁ ਸੁਣ ਲੈਣੀ ਜੇ ਕਿਸੇ ਉਮੀਦਵਾਰ ਨੂੰ ਕਹਿਤਾ ਕਿ ਭਾਈ ਵਾਤਾਵਰਣ ਵਾਲਾ ਵਿਸ਼ਾ ਮੁੱਖ ਰੱਖ? ਜੀ, ਇਹ ਗੱਲ ਤੁਹਾਡੀ ਹੈ ਕਿ ਕੋਈ ਵੀ ਚੀਜ਼ ਆ ਜੇ ਸੁਣਵਾਈ ਨਹੀਂ ਹੋਈ, ਜੇ ਆਪਾਂ ਕਿ 100% ਜਿਹੜਾ ਸਾਡਾ ਨਿਸ਼ਾਨਾ ਰੱਖਿਆ ਉਹ ਅਸੀਂ ਅਜੇ ਅਚੀਵ ਨਹੀਂ ਕਰ ਪਾਏ। ਸਾਡੇ ਸਾਰੇ ਨਦੀਆਂ ਦਰਿਆ ਨਹੀਂ ਹੋਏ, ਪਰ ਬਹੁਤ ਕੁਝ ਹੋਇਆ ਵੀ ਹੈ। ਬਹੁਤ ਕੁਝ ਹੋਇਆ ਵੀ ਹੈ, ਕਿਉਂਕਿ ਜੇ ਗਲਾਸ ਨੂੰ ਅੱਧੇ ਭਰਿਆ ਦੇਖਣਾ ਤੇ ਖਾਲੀ ਦੇਖਣਾ, ਉਹ ਦੇਖਣ ਦਾ ਨਜ਼ਰੀਆ। ਕਿੱਥੇ ਸਰਕਾਰਾਂ ਸੁਣਦੀਆਂ ਸੀ? ਜਿਸ ਵੇਲੇ ਅਸੀਂ ਸ਼ੁਰੂ ਕੀਤਾ ਤੇ ਅਸੀਂ ਉਸ ਵੇਲੇ ਕਿਸੇ ਕੋਲ ਲੈ ਕੇ ਜਾਂਦੇ ਸੀਗੇ, ਅਧਿਕਾਰੀ ਦੇ ਕੋਲ, SDM ਕੋਲ, ਤਹਿਸੀਲਦਾਰ ਦੇ ਕੋਲ, ਜਾਂ SDC ਦੇ ਕੋਲ, ਜਾਂ ਉਹ ਕੋਈ ਸੁਣਦਾ ਹੀ ਨਹੀਂ ਸੀ। ਉਹ ਕਹਿੰਦੇ ਪਾਣੀ ਕਿੱਥੇ ਪੈਣੇ ਆ? ਪਾਣੀ ਨਦੀਆਂ ਦਰਿਆਵਾਂ 'ਚ ਜਾਣਗੇ। ਪਰ ਉਹਨਾਂ ਨੂੰ ਦੱਸਿਆ ਕਿ ਗੰਦੇ ਪਾਣੀ ਨਹੀਂ ਪੈ ਸਕਦੇ, ਬਾਕੀ ਮੀਂਹ ਦੇ ਪਾਣੀ ਪੈਣ। ਅੱਜ ਜਿਹੜੀ ਗੱਲ ਉਸ ਵੇਲੇ ਅਸੀਂ ਇਹਨਾਂ ਕੋਲ ਲੈ ਕੇ ਜਾਂਦੇ ਸੀ, ਲਿਖ ਕੇ ਜਾਂਦੇ ਸੀ, ਬੋਲਦੇ ਸੀ, ਤੇ ਹੁਣ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਬੋਲਦਾ, ਫਰਕ ਤਾਂ ਪਿਆ।
এਨवायरमेंट ਦੀ ਗੱਲ ਤਾਂ ਹੋਣ ਲੱਗ ਪਈ, ਸਫਾਈ ਦੀ, ਸਵੱਛ ਭਾਰਤ ਦੀ। ਅਸੀਂ ਵੀ ਝਾੜੂ ਫੇਰਦੇ ਸੀਗੇ ਤੇ ਹੁਣ ਪ੍ਰਧਾਨ ਮੰਤਰੀ ਵੀ ਭਾਵੇਂ ਸਾਫ਼ ਕੀਤੇ ਤੇ ਫੇਰਨ ਤਾਂ ਲੱਗਾ ਨਾ, ਕੋਈ ਫਰਕ ਤਾਂ ਹੈ। ਪਰ ਉਹ ਜਿਹੜੀ ਚੀਜ਼ ਨੂੰ ਵੀ ਜਿਹੜਾ ਸਮਾਜ ਆ ਜਾਂ ਜਿਹੜਾ ਸਿਸਟਮ ਆ, ਇਹਨੂੰ ਆਪਾਂ ਕਹੀਏ ਵੀ 90 ਡਿਗਰੀ ਦੇ ਉੱਤੇ ਜਿਹੜਾ ਹੈਗਾ 160 ਡਿਗਰੀ ਦੇ ਉੱਤੇ ਮੋੜ ਕੇ ਸਿੱਧਾ ਕਰ ਦਈਏ, ਇਹ ਇਹੋ ਜਿਹੀ ਕੋਈ ਚੀਜ਼ ਨਹੀਂ। ਕਿਉਂਕਿ ਜਦੋਂ ਸਮਾਜ ਦੇ ਵਿੱਚ ਚੇਤਨਾ ਥੋੜੀ ਧਰਾਤਲ ਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ, ਹੌਲੀ ਹੌਲੀ ਲੋਕਾਂ 'ਚ ਚਲ ਜਾਂਦੀ ਹੈ। ਪਹਿਲਾਂ ਜਿਹੜੀ ਚੀਜ਼ ਤੇ ਅਸੀਂ ਦੌੜੇ ਜਾਂਦੇ ਸੀ ਪੋਲੂਸ਼ਨ ਵੱਲ ਨੂੰ, ਉਹ ਸਾਰੇ ਜਿਹੜੇ ਹੈਗੇ ਆ ਇੰਡਸਟਰੀ, ਦੂਸਰੇ ਪਿੰਡਾਂ ਤੇ ਸ਼ਹਿਰਾਂ ਦਾ ਵੀ ਅਸੀਂ ਨਿਬੇੜ ਦੇਣਾ ਡਰੇਨ 'ਚ ਪਾ ਕੇ। ਹੁਣ ਉਹ ਤਾਂ ਸਾਰਾ ਕੁਝ ਬ੍ਰੇਕ ਲੱਗ ਗਈ, ਜਿਹੜੇ ਬਣੇ ਆ ਉਹਨਾਂ ਦੇ ਉੱਤੇ ਵੀ ਡੰਡਾ ਫੜਿਆ। ਹੁਣ ਅਖੀਰ ਦੇ ਜਾ ਕੇ ਜਦੋਂ ਅਸੀਂ ਰੁਕਦੇ ਫਿਰ ਅਖੀਰ ਦੇ ਉੱਤੇ ਅਸੀਂ ਉਹ ਗਲਤੀਆਂ ਕਰਨ ਨੂੰ ਰੁਕ ਜਾਂਦੇ ਹਾਂ ਤੇ ਫਿਰ ਜਿਹੜੀ ਹੈਗੀ ਉੱਥੇ ਯੂ ਟਰਨ ਲੈ ਕੇ ਫਿਰ ਅਸੀਂ ਉਹਦੀ ਸਵੱਛਤਾ ਵੱਲ ਨੂੰ, ਹੁਣ ਉਹ ਯੂ ਟਰਨ ਜਿਹੜੀ ਹੈਗੀ ਆ ਚੁੱਕੀ ਹੈ ਜੀ। ਹੁਣ ਜਿਹੜੀ ਹੱਦ ਜਿਹੜੀ ਅਸੀਂ ਦੇਖ ਚੁੱਕੇ ਹਾਂ ਨਾ, ਸਾਨੂੰ ਲੱਗਦੀ ਹੈ ਕਿ ਹੁਣ ਯੂ ਟਰਨ ਆ ਚੁੱਕੀ ਆ। ਹੁਣ ਅਸੀਂ ਹੋਰ ਅੱਗੇ ਵਧਾਂਗੇ, ਲੋਕਾਂ ਵਿੱਚ ਅਵੇਅਰਨੈਸ ਵੀ ਆ ਗਈ ਹੈ, ਪੋਲੀਟੀਕਲ ਮੁੱਦਾ ਵੀ ਇਹ ਬਣਦਾ ਜਾ ਰਿਹਾ, ਬਣੂਗਾ ਵੀ। ਕਿਉਂਕਿ ਬਾਹਰਲੇ ਮੁਲਕਾਂ ਵਿੱਚ ਗ੍ਰੀਨ ਪਾਰਟੀਆਂ ਬਣ ਕੇ ਸਰਕਾਰਾਂ ਗ੍ਰੀਨ ਜਿਹੜੀਆਂ ਹੈਗੀਆਂ এনवायरमेंट ਨੂੰ ਚਾਹਣ ਵਾਲੀਆਂ ਬਣ ਸਕਦੀਆਂ, ਪਰ ਸਾਡੇ ਅੰਦਰ ਚੇਤਨਾ ਨਹੀਂ। ਅਸੀਂ ਤਾਂ ਕਹਿੰਦੇ ਹਾਂ ਕਿ ਕਿਉਂਕਿ ਬਾਹਰਲੇ ਮੁਲਕਾਂ 'ਚ ਇਹ ਸਾਰਾ ਕੰਮ ਸੜਕਾਂ ਜਿਹੜੀਆਂ ਹੈਗੀਆਂ ਸਰਕਾਰ ਤੇ ਸਿੱਟੀਆਂ, ਹਰ ਚੀਜ਼ ਦਾ ਜਿਹੜਾ ਸਰਕਾਰਾਂ ਕੰਮ ਕਰ ਰਹੀਆਂ, ਤੇ ਸਿਰਫ ਉਹ ਲੋਕਾਂ ਨੂੰ ਇਹ ਹੁੰਦੀ ਵੀ ਸਾਨੂੰ এনवायरमेंट, ਸ਼ੁੱਧ ਹਵਾ, ਸ਼ੁੱਧ ਪਾਣੀ। ਤੇ ਅਸੀਂ ਤਾਂ ਜਿਹੜੇ ਹੈਗੇ ਆਟਾ ਦਾਲ 5 ਕਿਲੋ ਦੇ ਕੇ ਜਿਹੜਾ ਹੈਗਾ ਉਹਦੇ ਉੱਤੇ ਵੀ ਅਸੀਂ ਮੋਹਰਾਂ ਲਾ ਕੇ ਅਸੀਂ ਭੇਜਦੇ ਨੇ। ਕਮਾਲ ਆ ਜਿਹੜੇ ਹੈਗੇ ਕਿ ਅਸੀਂ ਤੁਹਾਡੇ ਤੇ ਆਸਾਨ ਕਰ ਰਹੇ ਹਾਂ। ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਰਾਜੇ ਬਣਾਇਆ, ਮਹਾਰਾਜੇ ਬਣਾਇਆ, ਜਿਨ੍ਹਾਂ ਨੂੰ ਸਾਰੀਆਂ ਤਾਕਤਾਂ ਦਿੱਤੀਆਂ, ਉਹ ਸਾਨੂੰ ਜਿਹੜੀ ਹੈਗੀ ਹੈ 5 ਕਿਲੋ ਆਟਾ ਵੀ ਦਿੰਦਾ ਤਾਂ ਉਹ ਕਹਿੰਦਾ ਮੈਂ ਦਿੱਤਾ ਜੀ। ਇਹ ਜਿਹੜੀ ਚੀਜ਼ ਹੈ ਜਿਹੜੀ ਹੈਗੀ ਆ, ਇਹ ਜਿਹੜੀ ਉੱਪਰਲਾ ਸਿਸਟਮ ਆ, ਉਹਨੂੰ ਹਜੇ ਜਿਹੜੀ ਹੈਗੀ ਆ ਅਹਿਸਾਸ ਨਹੀਂ ਕਿ ਲੋਕ ਬਹੁਤ ਕੁਝ ਕਰ ਸਕਦੇ ਆ। ਇਹ ਲੋਕਾਂ ਦੇ ਜਾਗਣ ਨਾਲ ਹੀ ਇਹਨਾਂ ਦੇ ਸੁਭਾਅ ਬਦਲਣਗੇ। ਲੋਕ ਜਿਸ ਵੇਲੇ ਇਲੈਕਸ਼ਨਾਂ ਹੁੰਦੀਆਂ ਉਸ ਵੇਲੇ ਪੋਲੀਟੀਕਲ ਪਾਰਟੀਆਂ ਨੇ ਭੱਜਣਾ ਹੁੰਦਾ, ਦੌੜਨਾ ਹੁੰਦਾ। ਹਰ ਇੱਕ ਨੇ ਵੀ ਮੁੱਦੇ ਜਿਹੜੇ ਹੈਗੇ ਆ ਉਹ ਆਧਾਰ ਨਾ ਬਣਨ, ਬਸ ਕੰਟਰੋਵਰਸੀ ਜਿਹੜਾ ਹੈਗਾ ਆਧਾਰ ਬਣ ਕੇ ਸਾਡੀਆਂ ਇਲੈਕਸ਼ਨਾਂ ਦੇ ਦਿਨ ਲੰਘ ਜਾਣ। ਉਹਦੇ ਉੱਤੇ ਸਾਡਾ ਲੋਕਾਂ ਦਾ ਫਰਜ਼ ਬਣਦਾ ਕਿ ਅਸੀਂ ਹਰ ਪਿੰਡ ਵਿੱਚ, ਹਰ ਘਰ ਦੇ ਵਿੱਚ ਇਹ ਮੁੱਦਿਆਂ ਨੂੰ ਉਠਾਈਏ। ਤੇ ਅਸੀਂ ਤਾਂ ਵਿਸ਼ੇਸ਼ ਤੌਰ ਤੇ ਪ੍ਰੈਸ ਨੂੰ ਬੇਨਤੀ ਕਰ ਦਾਂਗੇ ਕਿ ਜਿੱਥੇ ਅਸੀਂ ਹੋਰ ਸਾਰੀਆਂ ਚੀਜ਼ਾਂ ਦੇ ਅਸੀਂ ਕੁਐਸਚਨ ਕਰਦੇ ਹਾਂ, ਕਿਉਂਕਿ ਇਹ ਜਿਉਣ ਦਾ ਹੱਕ ਇਕੱਲਾ ਬਾਬਿਆਂ ਨੂੰ ਨਹੀਂ, ਤੁਹਾਨੂੰ ਵੀ ਜਿਉਣ ਦਾ ਹੱਕ ਉਨਾ ਹੀ ਹੈ। ਨੁਕਸਾਨ ਜੇ ਤੁਹਾਡਾ ਸਾਡਾ ਹੋ ਰਿਹਾ ਤਾਂ ਤੁਹਾਡਾ ਵੀ ਹੋ ਰਿਹਾ, ਤੁਹਾਡੇ ਬੱਚਿਆਂ ਦਾ ਵੀ ਹੋਊਗਾ, ਸਾਡੇ ਸਭ ਦਾ ਹੋਊਗਾ। ਇਹ ਆਪਦੇ ਵਾਸਤੇ ਅਸੀਂ ਕੈਮਰੇ ਨੂੰ ਰੱਖੀਏ, ਕਲਮ ਨੂੰ ਰੱਖੀਏ, ਇਹਦੇ ਤੇ ਚਲਾਈਏ। ਕਿਉਂਕਿ ਸਹੀ ਕਹਿੰਦੇ 99% ਪੋਲਿਊਸ਼ਨ ਦਾ ਕਾਰਨ ਪੜ੍ਹਿਆ ਲਿਖਿਆ ਵਰਗਾ ਗਰੀਬ ਨਿਗਾ, ਅਨਪੜ੍ਹ ਨਿਗਾ ਜੀ। ਜੇ ਕੋਈ IAS PCS ਅਫਸਰ, ਉਹਨਾਂ ਨੂੰ ਅਨਪੜ੍ਹਾਂ ਦੀ ਸ਼੍ਰੇਣੀ 'ਚ ਨਹੀਂ ਲਿਆਵਾਂਗੇ। ਕੋਈ ਇੰਡਸਟਰੀ ਕਿਸੇ ਦੀ ਵੱਡੀ ਲਾਈ ਹੋਈ ਹੈ ਕਿ ਉਹ ਅਨਪੜ੍ਹਾਂ ਦੀ ਸ਼੍ਰੇਣੀ 'ਚ ਆ ਜਾਊਗਾ? ਪੜ੍ਹਿਆ ਲਿਖਿਆ ਇੰਜੀਨੀਅਰ ਆ, ਉਹਨੂੰ ਪਤਾ ਵਾ ਵੀ ਜੇ ਇਹ ਚੀਜ਼ ਕੈਮੀਕਲ ਅਸੀਂ ਪਾਣੀ 'ਚ ਮਿਲਾਵਾਂਗੇ ਤੇ ਇਹਦੇ ਰਿਜ਼ਲਟ ਕੀ ਆਉਣਗੇ। ਇੱਥੇ ਜਦੋਂ ਇਹ ਗੱਲ ਜਦੋਂ ਤੁਸੀਂ ਕਹਿੰਦੇ ਆ ਕਿ ਜਿਹੜੇ ਇੰਡਸਟਰੀ ਲਾਉਣਾ ਉਹਨੂੰ ਅਨਪੜ੍ਹਾਂ ਦੀ ਗਿਣਤੀ 'ਚ ਨਹੀਂ ਲਿਆਂਦਾ ਜਾਏਗਾ, ਸਗੋਂ ਉਹ ਤਾਂ ਮਾਹਿਰ ਲੈ ਕੇ ਆਉਂਦੇ। ਤੁਸੀਂ ਆਪ ਦੇਖਿਆ ਕਈ ਥਾਂ ਤੇ ਆਪ ਫੜਿਆ, ਉਹ ਮਾਹਰ ਲੈ ਕੇ ਆਉਂਦੇ ਕਿ ਇਹ ਬੋਰ ਕਰਕੇ ਜਿਹੜੇ ਜ਼ਹਿਰੀਲਾ ਪਾਣੀ ਹੈ ਥੱਲੇ ਵਾਲੇ ਪਾਣੀ 'ਚ ਕਿਵੇਂ ਮਿਕਸ ਕਰਨਾ ਆ। ਉਹ ਤਾਂ ਇਦਾਂ ਦੇ ਬੰਦੇ ਮਾਹਿਰ ਲੈ ਕੇ ਆਉਂਦੇ ਆ। ਉਹਨਾਂ ਨੇ ਜਿਹੜੀ ਹੈਗੀ ਹੈ, ਇਹ ਸਭ ਤੋਂ ਵੱਡੀ ਸਾਡੇ ਮੁਲਕ ਦੀ ਤਰਾਸਦੀ ਹੈ ਜੀ। ਕਿਸੇ ਵੇਲੇ ਸਾਡੇ ਮੁਲਕ ਦੇ ਚੌਲ ਵਗੈਰਾ ਬਹੁਤ ਜਾਂਦੇ ਸੀ ਬਾਹਰ ਨੂੰ, ਤੇ ਉਹਦੇ ਵਿੱਚ ਅਸੀਂ ਕੰਕਰ ਪਾ ਕੇ, ਪੱਥਰ ਪਾ ਕੇ ਭੇਜਣੇ ਸ਼ੁਰੂ ਕਰਤੇ। ਜਲੰਧਰ ਤੋਂ ਜਾਂਦਾ ਸੀ ਬਹੁਤ ਰੰਦਿਆਂ ਦਾ ਸਮਾਨ, ਉਹਦੇ ਵਿੱਚ ਇੱਟਾਂ ਪਾ ਕੇ ਪੈਕ ਕਰਕੇ ਅਸੀਂ ਭੇਜ ਦਿੱਤੀਆਂ। ਇੱਕ ਵਾਰੀ ਤਾਂ ਆਰਡਰ ਸਾਨੂੰ ਮਿਲ ਗਿਆ ਤੇ ਬਾਅਦ ਵਿੱਚ ਆਰਡਰ ਕੌਣ ਦਊਗਾ? ਅਸੀਂ ਦੂਸਰਿਆਂ ਦਾ ਵੀ ਨਾਸ ਮਾਰਦੇ ਹਾਂ। ਦੂਸਰਿਆਂ ਦੀ ਇੰਡਸਟਰੀ ਜਿਹੜੀ ਹੈ ਸਾਰੀ ਮਾੜੀ ਨਹੀਂ ਜੀ। ਜੇ ਕਿ ਨਾ ਇੰਡਸਟਰੀ ਸਾਰੀ ਮਾੜੀ ਨਹੀਂ, ਬਹੁਤ ਇੰਡਸਟਰੀ ਇਹੋ ਜਿਹੀਆਂ ਸਾਫ਼ ਸੁਥਰੀਆਂ, ਹਰ ਚੀਜ਼ ਜਿਹੜੀਆਂ ਹੈਗੀਆਂ ਉਹ ਕੰਮ ਕਰਦੀਆਂ। ਪਰ ਜਿਹੜੀਆਂ ਕੁਛ ਹੈਗੀਆਂ ਜਿਹਨੂੰ ਆਪਾਂ ਕਹਿੰਦੇ ਕਾਲੀਆਂ ਭੇਡਾਂ, ਉਹਨਾਂ ਦਾ ਮਕਸਦ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਪ੍ਰੋਫਿਟ ਕੱਢੀਏ, ਉੱਨ ਲਾਈਏ, ਤੇ ਜਿਹੜਾ ਲੋਕ ਮਰਦੇ ਆ ਤੇ ਮਰ ਜਾਣ। ਇਹਨੇ ਜਿਹੜਾ ਹੈਗਾ ਇੰਡਸਟਰੀ ਨੂੰ ਵੀ ਬਦਨਾਮ ਕੀਤਾ। ਅਸੀਂ ਕਹਿੰਦੇ ਇੰਡਸਟਰੀ ਲੱਗਣੀ ਚਾਹੀਦੀ ਹੈ, ਇੰਡਸਟਰੀ ਵਧਣੀ ਚਾਹੀਦੀ ਹੈ, ਇੰਡਸਟਰੀ ਦਾ ਵਿਕਾਸ ਹੋਣਾ ਚਾਹੀਦਾ, ਇੰਡਸਟਰੀ ਦੇ ਨਾਲ ਰੁਜ਼ਗਾਰ ਮਿਲਦੀ ਆ, ਬਹੁਤ ਕੁਝ ਬਦਲਦਾ। ਪਰ ਇੰਡਸਟਰੀ 1976 ਦੇ ਐਕਟ ਨੂੰ ਫਾਲੋ ਕਰੇ। ਉਹਦੇ ਵਿੱਚ ਕੀ ਹੈ, ਜਿਹਨੇ ਚੀਜ਼ ਬਣਾਉਣਾ, ਪ੍ਰੋਡਕਟ ਬਣਾਉਣਾ, ਉਹ 2 ਪੈਸੇ ਆਪਦਾ এনवायरमेंट ਦਾ ਜਿਹੜਾ ਹੈਗਾ ਉੱਤੇ ਲਾ ਦੇਣ ਵੀ ਇੰਨੇ ਦੀ ਬਣੂਗੀ, ਤੇ ਉਹਦੇ ਵਿੱਚ ਕਿਹੜੀ ਗੱਲ ਆ। ਪਰ ਜਦੋਂ ਅਸੀਂ ਕਹਿੰਦੇ ਦੂਸਰੇ ਨਾਲੋਂ ਸਸਤਾ ਦੇਣ ਦੀ ਬਜਾਏ ਅਸੀਂ ਸਾਰਾ ਕੁਛ ਇਹ ਜਿਹੜੀਆਂ ਹੈਗੀਆਂ ਪਾਣੀ ਨਹੀਂ ਸਾਫ਼ ਕਰਦੇ, ਚਾਈਲਡ ਲੇਬਰ ਲਾਉਂਦੇ ਆ, ਬਹੁਤ ਕੁਛ ਅਸੀਂ ਇਹੋ ਜਿਹਾ ਕਰਦੇ ਆ ਜਿਹਦੇ ਨਾਲ এনवायरमेंट ਦਾ ਹੁੰਦਾ। 4 ਪੈਸੇ ਤਾਂ ਅਸੀਂ ਬਚਾ ਲੈਂਦੇ ਹਾਂ,
ਪਰ ਜੋ ਨੁਕਸਾਨ ਹੋਇਆ এনवायरमेंट ਦਾ ਉਹਦਾ ਕਦੇ ਅੰਦਾਜ਼ਾ ਨਹੀਂ ਲਾਇਆ। ਸੋ ਇਹ ਜਿਹੜਾ ਕੁਝ ਹੋ ਰਿਹਾ ਤੇ ਕੁਝ ਹੈਗਾ, ਇਹਦੇ ਵਿੱਚ ਜ਼ਿਆਦਾ ਸਭ ਤੋਂ ਜ਼ਿਆਦਾ ਲੋੜ ਜਿਸ ਤਰ੍ਹਾਂ ਹੁਣ ਇੰਡਸਟਰੀ ਪਾਉਂਦੀ ਹੈ ਉਹਨੂੰ ਤਾਂ ਫੜਿਆ ਜਾ ਸਕਦਾ ਜੀ, ਫੜ ਵੀ ਰਹੇ ਆ, ਪਰ ਜਿਹੜਾ ਮਿਊਨਿਸਪਲ ਕਮੇਟੀ ਹੈ ਇਹ ਇੱਕ ਸ਼ੈਮੀ ਸਰਕਾਰ ਆ ਜੀ, ਇਹਦਾ ਵਾਇਲੇਸ਼ਨ ਕੀ ਹੈ ਤੁਸੀਂ ਦੇਖ ਸਕਦੇ ਆ। ਜਲੰਧਰ ਦਾ ਕਿੰਨਾ ਹੈ, ਲੁਧਿਆਣੇ ਦਾ ਕਿੰਨਾ ਹੈਗਾ। ਹੁਣ ਕੀ ਕੀਤਾ ਜਾਵੇ? ਉੱਥੇ ਕੋਰਟਾਂ ਵੀ ਜਿਹੜੇ ਹੈਗੇ ਆ ਕੇਸ ਵੀ ਦਰਜ ਹੋ ਜਾਂਦੇ, ਮਗਰੋਂ ਵਾਪਸ ਹੋ ਜਾਂਦੇ ਜੀ। ਸੋ ਇਹ ਜਿਹੜੀ ਚੀਜ਼ ਹੈ, ਜਿਹੜੇ ਪਾਵਰਫੁੱਲ ਆ, ਜਿਹਨੂੰ ਸਰਕਾਰ ਹੀ ਚਲਾ ਲਈ ਹੈ ਤੇ ਉਹੀ ਅਵਗਿਆ ਕਰਦੇ ਆ, ਤੇ ਉਹਨਾਂ ਦੇ ਉੱਤੇ ਕਿਉਂ? ਆਮ ਲੋਕਾਂ ਨੂੰ ਤਾਂ ਜਿਹੜਾ ਮਰਜ਼ੀ ਕੋਈ ਗਲਤੀ ਕਰਦਾ ਉਹਨੂੰ ਫੜ ਕੇ ਅੰਦਰ ਕਰ ਦੇਣਗੇ, ਅਫਸਰਾਂ ਕੋਲ ਬੜੇ ਦਬਕੇ। ਪਰ ਜਦੋਂ ਵੱਡੇ ਆ ਜਾਂਦੇ ਆ ਉਦੋਂ ਸਾਰੇ ਚੁੱਪ ਕਰ ਜਾਂਦੇ ਆ ਜੀ। ਅਸੀਂ ਦੇਖ ਰਹੇ ਹਾਂ ਲਗਾਤਾਰ, ਸਾਨੂੰ 10 ਸਾਲ ਤਾਂ ਇਹਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ 'ਚ ਹੋ ਰਿਹਾ। ਅੱਛਾ, ਇੱਕ ਚੀਜ਼ ਹੋਰ ਵੀ ਹੈ, ਹੁਣ 22 ਦੀਆਂ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਤੁਹਾਡੇ ਕੋਲ ਆਉਣਾ, ਇਸ ਕਰਕੇ ਨਹੀਂ ਆਉਣਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਾਤਾਵਰਣ ਨੂੰ ਲੈ ਕੇ ਬਹੁਤ ਵਧੀਆ ਕੰਮ ਕਰ ਰਿਹਾ, ਇਸ ਕਰਕੇ ਨਹੀਂ ਆਉਣਾ ਕਿ ਤੁਸੀਂ ਹੁਣ ਤੱਕ ਜਿਹੜਾ ਕੰਮ ਕੀਤਾ ਉਹ ਲੋਕਾਂ 'ਚ ਬੋਲਦਾ, ਨਾ ਇਸ ਕਰਕੇ ਆਉਣਾ ਕਿ ਤੁਸੀਂ ਇਹ ਲੜਾਈ ਲੜਦੇ ਰਹਿਣਾ, ਬਲਕਿ ਇਸ ਕਰਕੇ ਆਉਣਾ ਕਿ ਤੁਹਾਡੇ ਫੋਲੋਅਰ ਬਹੁਤ ਹੈ, ਲੋਕ ਤੁਹਾਨੂੰ ਆਸ-ਪਾਸ ਦੇ ਇਲਾਕੇ ਦੇ ਮੰਨਦੇ ਬਹੁਤ ਹੈ, ਤੇ ਜੇ ਤੁਸੀਂ ਕਿਤੇ ਕਹਿ ਦਿੱਤਾ ਕਿ ਭਾਈ ਇਸ ਪਾਸੇ ਵੱਲ ਨੂੰ ਹੋ ਜਿਓ ਤੇ ਵੋਟਾਂ ਉਧਰ ਪੈ ਜਾਣੀਆਂ, ਉਹਨਾਂ ਨੇ ਇਸ ਕਰਕੇ ਆਉਣਾ। ਤੁਹਾਡੇ ਕੋਲ ਪਹਿਲਾਂ ਵੀ ਇਸੇ ਮਨਸੂਬੇ ਨਾਲ ਆਉਂਦੇ ਰਹੇ ਤੇ ਤੁਹਾਡੇ ਕੋਲ ਵਾਅਦੇ ਵੀ ਕਰਕੇ ਜਾਂਦੇ ਰਹੇ ਕਿ ਅਸੀਂ ਆਹ ਕੰਮ ਕਰਾਂਗੇ, ਜਿਹੜੇ ਤੁਹਾਡੇ ਮੁੱਦੇ ਆ ਅਸੀਂ ਉਠਾਵਾਂਗੇ। ਤੇ ਮੈਂ ਫਿਰ ਉੱਥੇ ਜਾਣਾ ਕਿ ਸੱਤਾ ਦੇ ਵਿੱਚ ਬੈਠੀ ਹੋਈ ਧਿਰ ਤੁਹਾਡੇ ਨਾਲ ਕਿਹੜੇ ਵਾਅਦੇ ਕੀਤੇ ਮੈਂ ਨਹੀਂ ਪੁੱਛਾਂਗਾ ਕਿ ਉਹ ਪੂਰੇ ਹੋਏ ਜਾਂ ਨਹੀਂ ਹੋਏ, ਮੈਂ ਪੁੱਛਾਂਗਾ ਨਹੀਂ, ਪਰ ਜਿਹੜੇ ਹੜ੍ਹ ਨੇ ਸਤਲੁਜ ਦਰਿਆ ਦੇ ਨੇ ਮਾਰ ਮਾਰੀ ਸੀ ਆਲੇ ਦੁਆਲੇ, ਉਹ ਅਸੀਂ ਵੀ ਦੇਖਿਆ ਬਕਾਇਦਾ। ਤੁਸੀਂ ਤਾਂ ਦਿਨ ਰਾਤ ਇੱਕ ਕੀਤਾ ਉਸ ਸਤਲੁਜ ਦਰਿਆ ਦੇ ਬੰਨ ਨੂੰ ਪੱਕਾ ਕਰਨ ਦੇ ਲਈ, ਉਹਦੇ ਵਿੱਚੋਂ ਰੇਤਾ ਕੱਢ ਕੇ ਉਹ ਜਿਹੜੇ ਮੋਗੇ ਸੀਗੇ ਪੁਲਾਂ ਦੇ ਲਾਗੇ ਬੰਦ ਹੋਏ ਪਏ, ਗੇਟ ਬੰਦ ਹੋਏ ਪਏ ਸੀ, ਉਹਨਾਂ ਨੂੰ ਖੋਲਣ ਦੇ ਵਿੱਚ ਘੱਟੋ ਘੱਟ ਇਹ ਤਾਂ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿ ਉਸ ਕੰਮ ਦੇ ਵਿੱਚ ਸਰਕਾਰ ਨੇ ਤੁਹਾਡੀ ਮਦਦ ਕਿੰਨੀ ਕੁ ਕੀਤੀ? ਸਰਕਾਰ ਨੇ ਜਿਹੜੀ ਮਦਦ ਜਿਹੜੀ ਹੈਗੀ ਹੈ ਕਿ ਉਹ ਸਾਨੂੰ ਉਹ ਸਾਫ਼ ਕਰਨ ਦਿੱਤਾ, ਜਿਹੜੀ ਸਿਰਫ ਇਜਾਜ਼ਤ ਦਿੱਤੀ ਹੈ, ਬਾਕੀ ਜਿਹੜਾ ਹੈਗਾ ਕੰਮ ਸੰਗਤ ਨੇ ਕੀਤਾ। ਆਰਥਿਕ ਤੌਰ ਤੇ ਕੋਈ ਮਦਦ ਨਹੀਂ? ਨਹੀਂ, ਆਰਥਿਕ ਤੌਰ ਤੇ ਕੋਈ ਮਦਦ ਨਹੀਂ। ਆ ਸਿਰਫ ਸਾਨੂੰ 2 ਲੱਖ ਰੁਪਈਆ ਸਾਡੇ ਐਮਐਲਏ ਨੇ ਦਿੱਤਾ, ਹੋਰ ਕਿਸੇ ਨੇ ਕੁਝ ਨਹੀਂ ਦਿੱਤਾ, ਉਹ ਆਪਣੇ ਪੱਲਿਓਂ ਦਿੱਤਾ, ਨਾ ਕਿ ਸਰਕਾਰੀ ਗ੍ਰਾਂਟ। ਤੇ ਮੰਨ ਲਿਆ ਜਾਵੇ ਕਿ ਇਹ ਜਿਹੜਾ ਕੰਮ ਸੀਗਾ ਕਰੋੜਾਂ ਦੇ ਵਿੱਚ ਸੀਗਾ? ਜੀ, ਕਰੋੜਾਂ ਕੀ ਅਰਬਾਂ ਦੇ ਵਿੱਚ ਹੁੰਦਾ। ਜੇ ਸਰਕਾਰ ਨੇ ਕਰਾਉਣਾ ਫਿਰ ਅਰਬਾਂ 'ਚ ਸੀ। ਸਰਕਾਰ ਨੇ ਕਰਾਉਣਾ ਹੁੰਦਾ ਤੇ ਫਿਰ ਅਰਬਾਂ 'ਚ ਹੋਣਾ ਸੀਗਾ, ਕਿਉਂਕਿ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਕਰਵਾਇਆ, ਸੰਗਤ ਨੇ ਆਪ ਮੁਹਾਰੇ ਹੋ ਕੇ ਕੀਤਾ, ਸੇਵਾ ਦੇ ਤਹਿਤ ਲੋਕ ਆਏ, ਇਸ ਕਰਕੇ ਸਿਰਫ ਕਰੋੜਾਂ ਦੇ ਵਿੱਚ ਹੋਇਆ। ਤੇ ਸਰਕਾਰ ਵੱਲੋਂ ਕੀ ਆਉਂਦਾ ਆ? 2 ਲੱਖ ਰੁਪਈਆ ਸਥਾਨਕ ਐਮਐਲਏ ਦੇ ਵੱਲੋਂ। ਹਾਂ, ਵੱਡਾ ਗੱਲ ਕਿਹੜੀ ਕੀਤੀ ਜਾਂਦੀ ਹੈ ਕਿ ਆਹ ਦੇਖੋ ਜੀ, ਅਸੀਂ ਇਸ ਦਰਿਆ ਨੂੰ ਸਾਫ਼ ਕਰਨ ਦੀ ਇਜਾਜ਼ਤ ਦੇਤੀ ਹੈ। ਇਹ ਇਜਾਜ਼ਤ ਦੇਣੀ ਹੀ ਸਰਕਾਰ ਨੂੰ ਲੱਗਦਾ ਕਿ ਬਹੁਤ ਵੱਡਾ ਕੰਮ ਆ। ਪਾਰਟੀ ਕਿਸੇ ਦੀ ਵੀ ਸਰਕਾਰ ਹੋ ਸਕਦੀ ਸੀ, ਇਹ ਜ਼ਰੂਰੀ ਨਹੀਂ ਕਿ ਜੇ ਇਸ ਵੇਲੇ ਕਾਂਗਰਸ ਸੱਤਾ ਦੇ ਵਿੱਚ ਹੈ ਤੇ ਉਹਨੇ ਹੀ ਇਦਾਂ ਕੀਤਾ, ਬਾਕੀ ਸਰਕਾਰਾਂ ਵੀ ਪਹਿਲਾਂ ਕੁਝ ਇਦਾਂ ਦੇ ਕੰਮ ਹੀ ਕਰਦੀਆਂ ਆਈਆਂ ਨੇ। ਪਰ ਬਹੁਤ ਜ਼ਰੂਰੀ ਹੈ ਕਿ ਸਾਡਾ ਵਾਤਾਵਰਣ ਸਾਫ਼ ਸੁਥਰਾ ਹੋਵੇ, ਆਲਾ ਦੁਆਲਾ ਸਾਫ਼ ਸੁਥਰਾ ਹੋਵੇ, ਕਿਉਂਕਿ ਇਹ ਵੀ ਸਾਡੇ ਚੋਣ ਘੋਸ਼ਣਾ ਪੱਤਰਾਂ ਦੇ ਵਿੱਚ ਸਾਨੂੰ ਦੇਖਣਾ ਚਾਹੀਦਾ ਕਿ ਪਾਰਟੀਆਂ ਦੇ ਹੈਗਾ ਆ ਜਾਂ ਨਹੀਂ ਹੈਗਾ। ਮੁਫਤ ਵਾਲੀਆਂ ਚੀਜ਼ਾਂ ਤਾਂ ਅਸੀਂ ਮਾਰ ਕੇ ਲਾ ਕੇ ਲਾਜ਼ਮੀ ਤੌਰ ਤੇ ਲੱਭ ਲੈਂਦੇ ਹਾਂ। ਸੰਤ ਜੀ, ਇਸ ਵਾਰ ਦੀਆਂ ਕੀ ਤਿਆਰੀਆਂ ਕੀਤੀਆਂ ਹੋਈਆਂ ਨੇ ਕਿ ਕੋਈ ਆਪਣੇ ਵੱਲੋਂ ਉਦਾਂ ਦਾ ਹੀ ਪ੍ਰੋਗਰਾਮ ਜਿੱਦਾਂ ਪਹਿਲਾਂ ਕਰਦੇ ਸੀਗੇ ਉਦਾਂ ਦਾ ਸਜਾਇਆ ਜਾਏਗਾ? ਉਮੀਦਵਾਰਾਂ ਨੂੰ ਸੱਦ ਕੇ ਉਹਨਾਂ ਤੋਂ ਪੁੱਛਿਆ ਜਾਏਗਾ ਕਿ ਤੁਹਾਡੀ ਪਾਰਟੀ ਉਹ ਵਾਤਾਵਰਣ ਦਾ ਵਿਸ਼ਾ ਆਪਣੇ ਮੈਨੀਫੈਸਟੋ 'ਚ ਰੱਖਦੀ ਹੈ ਜਾਂ ਨਹੀਂ ਰੱਖਦੀ ਹੈ, ਜਾਂ ਇਸ ਵਾਰ ਕੁਝ ਨਵੀਂ ਵਿਉਂਤਬੰਦੀ ਤੁਸੀਂ ਘੜੀ ਹੈ ਕਿ ਸਿਆਸੀ ਪਾਰਟੀਆਂ ਪਹਿਲੇ ਦੇ ਮੁਤਾਬਕ ਤਾਂ ਆਪਣਾ ਜਿਹੜਾ ਉਹ ਇੱਕ ਪੱਤਰ ਦੇ ਕੇ ਤੁਹਾਨੂੰ ਕਿਨਾਰੇ ਤੇ ਹੋ ਜਾਂਦੀਆਂ, ਤੇ ਇਸ ਵਾਰ ਕੁਝ ਯਾਦ ਰਵੇ, ਉਹਨਾਂ ਨੂੰ ਚੇਤੇ ਕਰਵਾਇਆ ਜਾਵੇ, ਉਹਦੇ ਲਈ ਕੁਝ ਵੱਖਰਾ ਵੀ ਉਲੀਕਿਆ ਜਾ ਰਿਹਾ? ਪਹਿਲਾਂ ਹੁਣ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲਿਖਾਂਗੇ, ਭਾਈ ਹੁਣ ਇਲੈਕਸ਼ਨ ਆਉਣ ਵਾਲੀ ਹੈ, ਹਰ ਵਾਰੀ ਤੁਸੀਂ ਹੈਗਾ এনवायरमेंट ਨੂੰ ਮੁੱਖ ਮੁੱਦਾ ਬਣਾਓ, ਆ ਜਿਹੜੇ ਹੈਗੇ ਇਹਨਾਂ ਨੂੰ ਆਪਣੇ ਚੋਣ ਮੈਨੀਫੈਸਟੋ 'ਚ ਸ਼ਾਮਲ ਕਰੋ। ਫਿਰ ਕੀ ਕਰ ਰਹੇ ਉਹਦੇ ਉੱਤੇ ਡਿਸਕਸ ਕਰਾਂਗੇ ਜੀ, ਸੱਦਾਂਗੇ ਵੀ ਉਹਨਾਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਭਾਈ ਜਿਨ੍ਹਾਂ ਨੇ ਹੈਗਾ ਸਾਡੇ ਨਾਲ ਮੰਚ ਤੇ ਬੈਠ ਕੇ ਗੱਲ ਕਰੋ, ਕੀ ਕੀਤਾ ਸੀ ਉਹਨਾਂ ਨੇ ਉਹ ਵੀ ਆਪਦਾ ਦੱਸ ਦੇਣ, ਕੀ ਨਹੀਂ ਕਰਨ ਦੇ ਵਾਅਦੇ ਕੀਤੇ ਸੀ ਉਹ ਵੀ ਦੱਸ ਦੇਣ। ਇਹ ਸਾਰਾ ਕੁਝ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ, ਸਾਰਾ ਕੁਝ ਹੀ ਹੋਊਗਾ। ਕੋਸ਼ਿਸ਼ ਕਰਾਂਗੇ ਕਿ ਜਿੰਨੀ ਕਿ ਸਾਡੀ ਸਮਰੱਥਾ ਤੇ ਆਪਦਾ ਪੂਰਾ ਟੱਲ ਲਾਵਾਂਗੇ ਕਿ ਵਾਹਿਗੁਰੂ ਦੇ ਹੱਥ। ਅੱਛਾ, ਮੈਨੀਫੈਸਟੋ ਦੇਖਦੇ ਹੁੰਦੇ ਪਾਰਟੀਆਂ ਦੇ ਜਦੋਂ ਤੁਹਾਡੇ ਨਾਲ ਵਾਅਦੇ ਕਰਕੇ ਚੱਲ ਜਾਂਦੇ ਤੇ ਉਦੋਂ ਬਾਅਦ ਜਿਹੜਾ ਚੋਣਾਂ 'ਚ ਮੈਨੀਫੈਸਟੋ ਆਉਂਦਾ, ਕਿਤੇ ਲੱਭਣ ਦੀ ਕੋਸ਼ਿਸ਼ ਕਰੋ ਕਿ ਸਾਡੇ ਵਾਲਾ ਨੁਕਤਾ ਪਾਇਆ ਜਾਵੇ? ਕੀਤਾ ਹੋਵੇ ਤਾਂ ਸਾਨੂੰ ਤਾਂ ਦੱਸਣ ਤੋਂ ਬਿਨਾਂ ਉਦਾਂ ਹੀ ਪਤਾ ਲੱਗ ਜਾਣਾ ਵੀ ਆ ਜਿਹੜਾ ਹੈਗਾ ਕੀਤਾ, ਜੇ ਕਰਨਾ ਤਾਂ ਫੇਰ ਹੀ ਵਿੱਚੋਂ ਭਾਲੀਏ ਜੀ।
ਕਿਉਂਕਿ ਜਿਹੜਾ ਹੋਵੇ, ਜਿਹੜਾ ਉਸ ਵੇਲੇ ਤਾਂ ਵਾਅਦੇ ਕਰਦੇ ਆ ਸਾਰੇ, ਲਿਖਦੇ ਆ ਵੀ ਇਹ ਜਿਹੜੀ ਹੈਗੀ ਹੈ এনवायरमेंट ਦੇ ਉੱਤੇ ਹੈ ਕਮੇਟੀ ਬਣਾ ਦਿੱਤੀ ਜਾਊਗੀ ਇੱਕ ਇਹੋ ਜੀ, ਤੇ ਉਹ ਜਿਹੜੀ ਹੈਗੀ এনवायरमेंट ਸਾਫ਼ ਕਰੂ, ਉਹ ਕਿੱਥੇ ਕਮੇਟੀ ਬਣਦੀ ਹੈ, ਕਿੱਥੇ ਕੌਣ ਬਣਾਉਂਦਾ, ਕਦੋਂ ਬਣਦੀ ਹੈ, ਤੇ ਕੋਈ ਉਹਦੇ ਵਿੱਚ ਜਿਹੜੀ ਹੈਗੀ ਇੱਕ ਲਿਖ ਦੇਣਾ ਤੇ ਮਗਰੋਂ ਉਹਨੂੰ ਜਿਹੜਾ ਹੈਗਾ ਇੰਪਲੀਮੈਂਟ ਕਰਨਾ, ਇਹਦੇ ਵਿੱਚ ਫਰਕ ਬਹੁਤ। ਇੱਕ ਦੋ ਆਖਰੀ ਸਵਾਲ। NGT ਬਹੁਤ ਚਰਚਾ ਹੁੰਦੀ ਹੈ ਇਹਦੀ। NGT ਤੋਂ ਕੇਂਦਰ ਦੀ ਸਰਕਾਰ ਵੀ ਚਾਲੂ ਆ, ਸੂਬੇ ਦੀਆਂ ਸਰਕਾਰਾਂ ਵੀ ਚਾਲੂ ਆ, ਔਰ NGT ਜਿਹੜੇ ਹੁਕਮ ਦੇ ਦਿੰਦੀ ਹੈ ਤੇ ਉਹਦੇ ਹੁਕਮਾਂ ਦੇ ਨਾਲ ਮਿਲ ਕੇ ਜਦੋਂ ਸੁਪਰੀਮ ਕੋਰਟ ਦੇ ਹੁਕਮ ਮਿਲ ਜਾਂਦੇ ਆ ਸੰਤ ਜੀ, ਉਦੋਂ ਬੜੀ ਗਾਂਹ ਦੀ ਗੱਲ ਹੋ ਜਾਂਦੀ, ਫਿਰ ਸਰਕਾਰਾਂ ਨੂੰ ਉਹਦੇ ਤੇ ਜਵਾਬ ਦੇਣਾ ਪੈਂਦਾ। ਮੇਰਾ ਖਿਆਲ ਹੈ ਕਿ ਪਹਿਲੀ ਵਾਰੀ ਹੋਇਆ ਸੀਗਾ ਕਿ ਮਿਊਨਿਸਪਲ ਕੌਂਸਲ ਦੇ ਬੰਦਿਆਂ ਨੂੰ ਲੁਧਿਆਣੇ ਦੇ ਵਿੱਚ ਜੁਰਮਾਨਾ ਲਾ ਦਿੱਤਾ ਗਿਆ, ਉੱਥੇ ਇਦਾਂ ਦੀ ਕਾਰਵਾਈ ਹੋਈ। ਸਰਕਾਰਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਸੀਗੀ, ਬੜੇ ਵੱਡੇ ਕੰਮ NGT ਨੇ ਕੀਤੀ। ਤੁਹਾਨੂੰ ਕੀ ਲੱਗਦਾ ਕਿ NGT ਨੇ ਕਿੱਡੀ ਕੁ ਵੱਡੀ ਭੂਮਿਕਾ ਨਿਭਾਈ ਹੈ, ਕੱਲਾ ਪੰਜਾਬ ਨਹੀਂ ਬਲਕਿ ਭਾਰਤ ਦੇ ਵਿੱਚ ਪ੍ਰਦੂਸ਼ਣ ਦੇ ਕੰਟਰੋਲ ਨੂੰ ਲੈ ਕੇ? NGT ਦੀ ਭੂਮਿਕਾ ਕਰਕੇ ਹੀ ਵੱਡੇ ਜਿਹੜੇ ਹੈਗੇ ਆ ਅਦਾਰੇ, ਜੋ ਕੁਛ ਜਿਹੜੀ ਕਿਸੇ ਦੀ ਵੀ ਨਹੀਂ ਮੰਨਦੇ ਸੀ, ਕਿਉਂਕਿ ਆ ਜਿਹੜਾ ਕੇਸ ਆ ਰਾਈਟ ਟੂ ਲਿਵ, ਜਿਉਣ ਦਾ ਹੱਕ, ਇਹ ਕੋਰਟ ਵਿੱਚ ਲੱਗਾ ਸੁਪਰੀਮ ਕੋਰਟ ਚੋਂ ਜਿਹੜਾ ਹੈਗਾ ਉਹਨੇ NGT ਨੂੰ ਦਿੱਤਾ ਵੀ ਇਹਨੂੰ ਲਾਗੂ ਕਰਾਉਣਾ, ਸਾਡਾ ਜਿਹੜਾ 1974 ਦੇ ਐਕਟ ਨੂੰ। 1974 ਦੇ ਐਕਟ ਨੂੰ ਹੁਣ ਸਾਰੇ ਭਾਰਤ ਦੇ ਵਿੱਚ ਜਿੰਨੀ ਵੀ ਜਿਹੜੀ ਹੈਗੀਆਂ ਸਰਕਾਰਾਂ, ਉਹਨਾਂ ਦੇ ਜਿਹੜੇ ਚੀਫ ਸੈਕਟਰੀ ਆ, ਉਹਨਾਂ ਦੀ ਸੁਣਵਾਈ ਜਿਹੜੀ ਹੈਗੀ ਆ NGT ਕਰ ਰਹੀ ਹੈ। ਜਦੋਂ ਅੱਗੇ ਸੀਗਾ ਹੁੰਦਾ ਕੀ ਸੀ, ਅੱਗੇ ਥੱਲੇ ਤੋਂ ਕਿਸੇ SDO ਨੂੰ ਕਹਿ ਦੇਣਾ ਵੀ ਕੋਰਟ ਦਾ ਕੇਸ ਹੈ ਤੇ ਤੂੰ ਜਵਾਬ ਦੇ ਆ, ਤੇ ਹੁਣ SDO ਦੇ ਹੱਥ ਕੀ ਹੁੰਦਾ ਸੀ, ਜਾਂ ਐਕਸ਼ਨ ਦੇ ਜਾਂ SC ਦੇ ਕੀ ਹੱਥ, ਕੁਛ ਨਹੀਂ, ਪਾਲਿਸੀਆਂ ਤਾਂ ਉੱਪਰੋਂ ਬਣ ਕੇ ਆਉਂਦੀਆਂ। ਹੁਣ ਕੋਰਟ ਨੇ ਚੀਫ ਸੈਕਟਰੀ ਨੂੰ ਹੀ ਜਿਹੜਾ ਹੈਗਾ ਸਾਹਮਣੇ ਰੱਖਿਆ, ਉਹਦੇ ਵਿੱਚ ਕੇਸ ਦੇ ਸਾਹਮਣੇ, ਕਿ ਜੇ ਇਹਦੇ ਵਿੱਚ ਜੋ ਕੁਛ ਵੀ ਕਰਨਾ ਵਾ ਤੁਸੀਂ ਕਰਨਾ ਨਹੀਂ, ਉਹਦੇ ਸਾਰੇ ਰੂਲ ਰੈਗੂਲੇਸ਼ਨ A to Z ਸਾਰਿਆਂ ਨੂੰ ਪੜ੍ਹਾਏ ਜਾਂਦੇ ਆ। ਹੁਣ ਜਦੋਂ ਮੀਟਿੰਗ ਹੁੰਦੀ ਹੈ ਵੀ ਆਹ ਕੰਮ ਤੁਹਾਡੇ ਤੇ ਕਿੱਦਾਂ ਕਰਨੇ ਆ, ਕਿੱਦਾਂ ਦੀ ਤੁਹਾਡਾ ਜਿਹੜਾ ਸੋਲਿਡ ਵੇਸਟ ਕਿੱਦਾਂ ਸੰਭਾਲਣੀ ਹੈ, ਉਹ ਸੋਲਿਡ ਵੇਸਟ ਜੋ ਜਿਹੜਾ ਤੁਹਾਡਾ ਗੰਦਾ ਪਾਣੀ ਨਿਕਲਦਾ ਉਹਨੂੰ ਕਿੱਦਾਂ ਟਰੀਟ ਕਰਨਾ, ਟਰੀਟਮੈਂਟ ਪਲਾਂਟ ਜਿਹੜੀ ਰੋਜ਼ ਦੀ ਵੇਸਟੇਜ ਆ ਕਿੱਦਾਂ ਚੱਕਣੀ ਆ, ਕੀ ਕਰਨੀ ਆ। ਭਾਵੇਂ ਕਿ ਉਹ ਹਜੇ ਤੱਕ ਪੂਰਾ ਲਾਗੂ ਨਹੀਂ ਹੋਇਆ, ਕੋਸ਼ਿਸ਼ਾਂ, ਪਰ ਉਹ ਲਾਗੂ ਤਾਂ ਹੋਊਗਾ ਜਦੋਂ ਲੋਕ ਕੰਪਲੇਂਟਾਂ ਕਰਨਗੇ। ਹੁਣ ਕੋਰਟ ਨੂੰ ਤਾਂ ਨਹੀਂ ਪਤਾ ਵੀ ਉਹਨਾਂ ਨੂੰ ਲੈ ਕੇ ਦਿੱਤਾ ਜੀ ਅਸੀਂ ਕਰਾਂਗੇ। ਹੁਣ ਜਲੰਧਰ ਦੇ ਵਿੱਚ ਕੂੜਾ ਕਿਤੇ ਪਿਆ, ਉਹ ਜਲੰਧਰ ਵਾਲਿਆਂ ਨੇ ਦੱਸਣਾ ਵੀ ਆਹ ਪਿਆ ਸਾਡੇ, ਇਹਨੇ ਸਾਫ਼ ਨਹੀਂ ਕੀਤਾ। ਇੱਥੇ ਸਾਡਾ ਰੋਜ਼ ਅਸੀਂ ਇੱਥੇ ਮੱਖੀਆਂ ਭਿਣਕਦੀਆਂ, ਰੋਜ਼ ਆ ਜਿਹੜਾ ਹੈਗਾ ਸਾਨੂੰ ਪ੍ਰੋਬਲਮ ਆ। ਜਿਹੜੀ ਪੁਰਾਣੀ ਵੀ ਸੋਲਿਡ ਵੇਸਟ ਆ ਉਹਨਾਂ ਨੂੰ ਵੀ ਹਰ ਨੂੰ ਵੀ ਚੱਕਣ ਦੇ ਨਿਸ਼ਚਿਤ ਕਰ ਲਿਆ। ਇੱਕ ਡਰੇਨ ਦੇ ਵਿੱਚ ਇੱਕ ਥੋਂ ਪਾਣੀ ਜੇ ਐਂਟਰ ਹੁੰਦਾ ਤਾਂ ਉਹਦਾ 5 ਲੱਖ ਮਿਊਨਿਸਪਲ ਕਮੇਟੀ ਨੂੰ ਪੈਣੇ ਸ਼ੁਰੂ ਹੋ ਗਿਆ। ਹੁਣ ਉਗਰਾਉਣੇ ਵੀ ਸ਼ੁਰੂ ਹੋ ਜਾਣੇ, ਸਾਰਾ ਕੁਝ ਆਟੋਮੈਟਿਕ ਹੋਈ ਜਾਂਦਾ, ਉਹਦੇ ਵਿੱਚ ਕਿਸੇ ਨੂੰ ਕੁਝ ਹੁਣ ਕਰਨ ਦੀ ਲੋੜ ਨਹੀਂ। ਚੰਗੇ ਭਵਿੱਖ ਦੀ ਉਮੀਦ ਕਰ ਸਕਦੇ, ਹੋਪ ਕੀਤੀ ਜਾ ਸਕਦੀ ਹੈ, ਕਿਉਂਕਿ ਕੋਈ ਵੀ ਕਾਰਜ ਆ ਜਿਹੜਾ ਹੈਗਾ, ਜਿਹੜਾ ਗੈਰ ਕਾਨੂੰਨੀ ਆ, ਕੋਈ ਨਸ਼ਾ ਵੇਚਦਾ, ਜੇ ਉਹ ਰੁਕ ਸਕਦਾ ਤੇ ਫਿਰ ਇਹ ਵੀ ਤਾਂ ਇਹ ਕ੍ਰਿਮੀਨਲ ਕੇਸ ਆ। ਇਹ ਕ੍ਰਿਮੀਨਲ ਕੇਸ ਆ, ਕਿਸੇ ਪਾਣੀ ਦੇ ਵਿੱਚ ਗੰਦਗੀ ਪਾਉਣੀ ਜਾਂ ਕੋਈ ਪੋਲਿਊਸ਼ਨ ਕਰਨਾ, ਉਹਦੇ ਉੱਤੇ ਜਿਹੜਾ ਹੈਗਾ ਰੋਜ਼ਾਨਾ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਆ ਰੋਜ਼ਾਨਾ ਇੱਕ ਨਵਾਂ ਕੇਸ ਦਰਜ ਕਰ ਸਕਦਾ। ਪਰ ਅਫਸੋਸ ਹੈ ਕਿ ਕਾਨੂੰਨਾਂ ਨੂੰ ਮੋਮ ਦੇ ਬਣਾਏ ਹੋਏ ਗਰੀਬ ਦੇ ਉੱਤੇ ਲਾਗੂ ਹੋ ਜਾਂਦੇ ਆ, ਤਗੜੇ ਵਾਸਤੇ ਉਹ ਮੂੰਹ ਜਿਹੜਾ ਹੈਗਾ ਉਹਦਾ ਨੱਕ ਫਿਰ ਜਾਂਦਾ। ਸੋ ਇਸ ਵਾਸਤੇ ਜਿਹੜਾ ਲਾਗੂ ਨਹੀਂ ਹੋ ਰਿਹਾ, ਨਹੀਂ ਤਾਂ ਪੋਲਿਊਸ਼ਨ ਕੰਟਰੋਲ ਬੋਰਡ ਦਾ ਜਦੋਂ 1974 ਦਾ ਐਕਟ ਲਾਗੂ ਹੋ ਜਾਵੇ, ਜਿਹੋ ਜਿਹਾ ਯੂਰਪ ਆ ਉਹੋ ਜਿਹਾ ਪੰਜਾਬ ਹੋਊਗਾ। ਇੱਕ ਆਖਰੀ ਸਵਾਲ ਹੈ, ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨਾਲ ਵੀ ਜੁੜਦਾ ਹੈ। ਤੁਸੀਂ ਇਸ ਚੀਜ਼ ਦੇ ਨਾਲ ਬਹੁਤ ਪੀੜੇ ਤਰੀਕੇ ਨਾਲ ਵਾਬਸਤਾ ਹੋ। ਉਹ ਪੰਜਾਬ, ਜਿਸ ਪੰਜਾਬ ਦੇ ਵਿੱਚ ਲਗਭਗ ਜ਼ਿਆਦਾਤਰ ਆਬਾਦੀ ਜਿਹੜੀ ਆ ਉਹ ਇਹ ਤੁਕ ਪੜ੍ਹਦੀ ਹੈ, ਸ਼ਬਦ ਪੜ੍ਹਦੀ ਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਜੇ ਉਹਦੇ ਚੋਂ ਬਚਦੇ ਲੋਕ ਪੜ੍ਹਦੇ ਨਹੀਂ ਹੈ ਤੇ ਲਾਜ਼ਮੀ ਤੌਰ ਤੇ ਸੁਣਦੇ ਤਾਂ ਜ਼ਰੂਰ ਹੋਣਗੇ। ਪੰਜਾਬ ਦੇ ਉਹ ਲੋਕ ਜਿਹੜੇ ਗੁਰਬਾਣੀ ਤੋਂ ਵੀ ਇਹ ਚੀਜ਼ ਸਿੱਖਦੇ ਨੇ ਕਿ ਸਾਨੂੰ ਵਾਤਾਵਰਣ ਨੂੰ ਸਹੇਜ ਕੇ ਰੱਖਣਾ ਪਏਗਾ, ਸੰਭਾਲ ਕੇ ਰੱਖਣਾ ਪਏਗਾ। ਕਾਰਨ ਕੀ ਹੈ ਕਿ ਉਸੇ ਪੰਜਾਬ ਦੇ ਵਿੱਚ ਲੋਕ ਵੀ ਕਈ ਵਾਰੀ ਲੱਗਦਾ ਕਿ ਨਹੀਂ ਇਹਦੇ ਤੋਂ ਪਰੇ ਆ। ਜਦੋਂ ਨਦੀਆਂ ਨਾਲਿਆਂ ਦੇ ਵਿੱਚ ਜਾ ਕੇ ਕੋਈ ਰਾਖ ਸੁੱਟਦਾ, ਕੋਈ ਕੁਛ ਸੁੱਟਦਾ, ਕੋਈ ਕੂੜਾ ਸੁੱਟਦਾ, ਕੋਈ ਗੰਦਾ ਪਾਣੀ ਪਾ ਦਿੰਦਾ, ਉਹ ਚੀਜ਼ਾਂ ਹੁੰਦੀਆਂ ਨਜ਼ਰ ਆਉਂਦੀਆਂ। ਤੇ ਰੁੱਖਾਂ ਨੂੰ ਵੱਢਣ ਦਾ ਕੰਮ ਵੀ ਲਗਾਤਾਰ, ਹੁਣ ਤਾਂ ਅੱਗੇ ਖੇਤਾਂ ਦੇ ਵਿੱਚ ਕੋਈ ਨਾ ਟਾਵਾਂ ਰੁੱਖ ਖੂਹ ਦੇ ਉੱਤੇ ਨਜ਼ਰ ਆ ਜਾਂਦੇ ਸੀ, ਹੁਣ ਉਹ ਵੀ ਵੱਢਣੇ ਸ਼ੁਰੂ ਹੋ ਗਿਆ ਲੋਕ, ਕਿ ਕਹਿੰਦੇ ਜੀ ਸਾਡੀ ਫਸਲ ਮਰਦੀ ਹੈ। ਇਹ ਜਿਹੜੀ ਮਾਨਸਿਕਤਾ ਆ, ਗੁਰਬਾਣੀ ਦਾ ਐਡਾ ਪ੍ਰਭਾਵ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਕਾਹਤੋਂ ਇਹ ਦਿੱਕਤਾਂ ਦਰਪੇਸ਼ ਆ ਰਹੀਆਂ ਨੇ? ਜੋ ਤੁਸੀਂ ਇਸ ਫੀਲਡ 'ਚ ਕੰਮ ਕੀਤਾ, ਤੁਹਾਨੂੰ ਕੀ ਮਹਿਸੂਸ ਹੋ ਰਿਹਾ? ਹੁਣ ਤੱਕ ਅਸੀਂ ਦੇਖਿਆ ਨਾ ਤਾਂ ਅਸੀਂ ਗੁਰੂ ਦੀ ਗੱਲ ਮੰਨੀ ਜੋ ਬਾਬੇ ਨਾਨਕ ਨੇ ਕਿਹਾ,
ਨਾ ਹੀ ਅਸੀਂ ਸੰਵਿਧਾਨ ਦੀ ਗੱਲ ਮੰਨੀ 1974 ਦੇ ਐਕਟ ਨੂੰ ਮੰਨਿਆ, ਤੇ ਨਾ ਹੀ ਅਸੀਂ ਵਿਗਿਆਨ ਦੀ ਗੱਲ ਮੰਨੀ ਹੈ, ਸਾਇੰਸ ਦੀ ਗੱਲ ਮੰਨੀ ਹੈ। ਕੋਈ ਸਾਇੰਸ ਨਹੀਂ ਕਹਿੰਦੀ ਵੀ ਪਹਿਲਾਂ ਪਾਣੀ ਗੰਦੇ ਪਾਓ, ਧਰਤੀ ਹੇਠਾਂ ਪਾਣੀ ਲਿਜਾਓ, ਫਿਰ ਉਹਨਾਂ ਨੂੰ ਆਰਓ ਲਾ ਕੇ ਫਿਰ ਉਹਨਾਂ ਨੂੰ ਹਸਪਤਾਲਾਂ ਵਿੱਚ ਉਹਨਾਂ ਦਾ ਇਲਾਜ ਕਰਾਓ। ਕਿਹੜੀ ਵਿਗਿਆਨ ਕਹਿੰਦੀ? ਸੰਵਿਧਾਨ 1974 ਦੇ ਐਕਟ ਅਨੁਸਾਰ ਕਿਸੇ 'ਚ ਅਸੀਂ ਥੁੱਕ ਨਹੀਂ ਸਕਦੇ, ਕਿੱਥੋਂ ਅਸੀਂ ਮੰਨਿਆ? ਬਾਬੇ ਨਾਨਕ ਦੀ ਰੋਜ਼ ਬਾਣੀ ਪੜ੍ਹਦੇ ਹਾਂ, ਜੇਕਰ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ 'ਤੇ ਚੱਲੇ ਹੁੰਦੇ ਤੇ ਅੱਜ ਪੰਜਾਬ ਪ੍ਰਦੂਸ਼ਣ ਮੁਕਤ ਹੁੰਦਾ, ਤੇ ਦੁਨੀਆ ਭਰ ਦੇ ਲੋਕ ਸਰਧਾ ਨਾਲ ਆਉਂਦੇ ਵੀ ਧੰਨ ਆ ਬਾਬਾ ਨਾਨਕ, ਜਿਨ੍ਹਾਂ ਦੀ ਬਾਣੀ ਇੱਥੇ ਪੰਜਾਬ ਦੇ ਲੋਕਾਂ ਨੇ ਹਿਰਦੇ ਵਿੱਚ ਵਸਾ ਲਈ। ਨਾ ਤਾਂ ਇੱਥੇ ਪਾਣੀ ਪ੍ਰਦੂਸ਼ਿਤ ਹੋਣ ਦਿੱਤਾ, ਨਾ ਇੱਥੇ ਹਵਾ ਪ੍ਰਦੂਸ਼ਿਤ ਹੋਣ ਦਿੱਤੀ, ਤੇ ਨਾ ਹੀ ਇਹਨਾਂ ਨੇ ਧਰਤੀ ਨੂੰ ਕੈਮੀਕਲਾਂ ਦੇ ਨਾਲ ਸਿੰਜਿਆ। ਤੇ ਇੱਥੇ ਦੀ ਉਪਜ ਨੂੰ ਲੋਕ ਘਰਾਂ 'ਚ ਦੁਨੀਆ ਭਰ ਦੇ ਵਿੱਚ ਲੈ ਕੇ ਜਾਂਦੇ ਵੀ ਇੱਥੇ ਦੀ ਗਰੰਟੀ ਹੈ ਸ਼ੁੱਧਤਾ ਦੀ ਜੀ। ਪਰ ਅਫਸੋਸ ਆ ਅਸੀਂ ਉਹ ਕਰ ਨਹੀਂ ਪਾਏ। ਹਵਾ, ਪਾਣੀ, ਧਰਤੀ, ਕਹਿੰਦੇ ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਨਾਲਾ ਉੱਥੇ ਦਾ ਉੱਥੇ। ਸਵੇਰ ਨੂੰ ਅਸੀਂ ਪਾਠ ਵੀ ਕਰ ਲੈਂਦੇ ਹਾਂ ਤੇ ਸਾਰੀ ਦਿਹਾੜੀ ਪ੍ਰਦੂਸ਼ਣ ਵੀ ਕਰੀ ਜਾਂਦੇ ਹਾਂ। ਸੋ ਇਹ ਜਿਹੜੀ ਸਾਡੀ ਜਿਹੜੀ ਹੈਗੀ ਹੈ, ਕਿਸੇ ਚੀਜ਼ ਨੂੰ ਧਰਮ ਤੋਂ ਜਦੋਂ ਅਸੀਂ ਮੁਨਕਰ ਹੋ ਜਾਂਦੇ ਹਾਂ, ਉਸ ਵੇਲੇ ਜਦੋਂ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ, ਤੇ ਉਸ ਵੇਲੇ ਜਿਹੜਾ ਹੈਗਾ ਸਾਡਾ ਰਸਤਾ ਵੀ ਜਿਹੜਾ ਹੈਗਾ ਉਹ ਟੇਢਾ ਹੋ ਜਾਂਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਅਸੀਂ ਮਾਲਕ ਨੂੰ ਭੁੱਲਦੇ ਹਾਂ ਤਾਂ ਰੋਗ ਉਦੋਂ ਸ਼ੁਰੂ ਹੋ ਜਾਂਦੇ ਆ। ਜਦੋਂ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਹੋਰ ਅਸੀਂ ਕਿਹੜੀ ਦੀ ਗੱਲ ਮੰਨਣੀ ਆ। ਸੋ ਇਹੀ ਕਾਰਨ ਆ ਕਿ ਜਿਹੜਾ ਹੈਗਾ ਸਾਡੇ ਪੰਜਾਬ ਦੇ ਵਿੱਚ, ਜੇ ਪੰਜਾਬ ਦੇ ਲੋਕ ਬਾਬੇ ਨਾਨਕ ਦੀ ਗੱਲ ਨੂੰ ਮੰਨ ਕੇ ਉਹਦੇ 'ਤੇ ਚੱਲਦੇ ਹੁੰਦੇ, ਤੇ ਅਸੀਂ ਕਹਿੰਦੇ ਕੋਈ ਪਰਾਲੀ ਨੂੰ ਅੱਗ ਥੋੜ੍ਹਾ ਲਾਉਂਦਾ, ਕੋਈ ਗੰਦੇ ਪਾਣੀ ਨਦੀਆਂ ਦਰਿਆਵਾਂ 'ਚ ਥੋੜ੍ਹਾ ਪਾਉਂਦਾ, ਕੋਈ ਜਿਹੜਾ ਹੈਗਾ ਧਰਤੀ ਨੂੰ, ਜਿਹਨੂੰ ਮਾਂ ਕਿਹਾ ਪਾਤਸ਼ਾਹ ਨੇ, ਮਾਤਾ ਧਰਤ ਮਾਤ, ਮਾਂ ਨੂੰ, ਮਾਂ ਦੇ ਮੂੰਹ ਵਿੱਚ ਜ਼ਹਿਰਾ ਕੋਈ ਥੋੜ੍ਹਾ ਪਾਉਂਦਾ। ਗੁਰੂ ਨਾਨਕ ਪਾਤਸ਼ਾਹ ਨੇ ਵੀ ਖੇਤੀ ਕੀਤੀ ਹੈ। ਅੱਜ ਅਸੀਂ ਜ਼ਿਮੀਂਦਾਰ ਖੁਦਕਸ਼ੀਆਂ ਕਰ ਰਹੇ ਹਾਂ। ਹੁਣ ਜਿਸ ਰਾਹ ਦੇ ਉੱਤੇ ਸਾਨੂੰ ਆਪਣੇ ਬਾਬੇ ਨਾਨਕ ਨਾਲੋਂ ਤਾਂ ਤੋੜ ਦਿੱਤਾ, ਉਹਨਾਂ ਨੇ ਖੇਤੀ ਕੀਤੀ ਆਪਣੇ ਕਰਤਾਰਪੁਰ ਦੇ ਵਿੱਚ, ਕੋਈ ਕੈਮੀਕਲ ਨਹੀਂ, ਕੋਈ ਤੁਹਾਡੇ ਕੋਲ ਫੋਟੋ ਨਹੀਂ ਵੀ ਜਿਹਦੇ ਵਿੱਚ ਉਹ ਜ਼ਹਿਰਾਂ ਦੀ ਸਪਰੇਅ ਕਰਦੇ ਹੋਣ। ਅਸੀਂ ਉਹਦੇ ਨਾਲੋਂ ਟੁੱਟ ਗਏ ਵੀ ਬਾਬੇ ਨਾਨਕ ਨੂੰ। ਪਰ ਜਿਹਦੇ ਨਾਲ ਅਸੀਂ ਜੁੜੇ ਹਾਂ, ਉਹਨੇ ਵੀ ਸਾਨੂੰ ਕਿਸੇ ਤਣ ਪੱਤਣ ਨਹੀਂ ਲਾਇਆ। ਉਹ ਅਸੀਂ ਰਾਹਾਂ 'ਚ ਭਟਕ ਰਹੇ ਹਾਂ। ਰਸਤੇ ਜਿਹੜੇ ਹੈਗੇ ਆ, ਜੇ ਦਿੱਲੀ ਵਿੱਚ ਜਾ ਕੇ ਰੁਲ ਰਿਹਾ ਅੱਜ ਕਿਸਾਨ, ਕਾਰਨ ਕੀ ਹੈ ਕਿ ਅਸੀਂ ਮੈਕਸੀਮਮ ਪ੍ਰਾਈਸ ਦੇ ਉੱਤੇ ਹਜੇ ਲੜ ਰਹੇ ਵੀ ਸਾਨੂੰ ਘੱਟ ਤੋਂ ਘੱਟ ਪ੍ਰਾਈਸ ਦਿਓ, ਜਦੋਂ ਕਿ ਜੇ ਅਸੀਂ ਇਹ ਚਾਰਾ ਚੀਜ਼ਾਂ ਨੂੰ ਸੰਭਾਲਿਆ ਹੁੰਦਾ, ਅਸੀਂ ਮੈਕਸੀਮਮ ਪ੍ਰਾਈਸ ਦੀ ਗੱਲ ਕਰਦੇ, ਕਿਉਂਕਿ ਸਾਡੀ ਕੋਈ ਕੁਆਲਿਟੀ ਹੈ। ਹੁਣ ਕੁਆਲਿਟੀ ਨਹੀਂ ਪੈਦਾ ਕੀ, ਕੁਆਂਟਿਟੀ ਪੈਦਾ ਕੀਤੀ ਜਾਂਦੀ ਹੈ। ਕੁਆਂਟਿਟੀ ਦੀ ਲੋੜ ਨਹੀਂ। ਅਨਾਜ ਦੀ ਸਾਡੇ ਕੋਲ ਸਾਰੇ ਭਾਰਤ ਵਿੱਚ ਹੋਣ ਲੱਗ ਪਿਆ। ਜਿਹੜੀ ਕੁਆਲਿਟੀ ਹੈ ਉਹ ਸਾਡੇ ਕੋਲ ਹੈ ਨਹੀਂ ਗੀ। ਜੇ ਅਸੀਂ ਕੁਆਲਿਟੀ ਹੁਣ ਵੀ ਇਸ ਧਰਤੀ ਤੋਂ ਪੈਦਾ ਕਰ ਲਈਏ, ਅਸੀਂ ਕਹਿੰਦੇ ਪੰਜਾਬ ਦਾ ਜ਼ਿਮੀਂਦਾਰ ਕਦੇ ਖੁਦਕੁਸ਼ੀ ਨਹੀਂ ਕਰੂਗਾ, ਕਿਉਂਕਿ ਅਸੀਂ ਜਿਸ ਰਾਹ ਦੇ ਉੱਤੇ ਤੁਰੇ ਹਾਂ, ਅਸੀਂ ਨਾ ਤਾਂ ਸਰਕਾਰਾਂ ਨੇ ਕੋਈ ਦਿਸ਼ਾ ਦਿੱਤੀ, ਨਾ ਸਾਡੇ ਜਿਹੜੇ ਸਾਨੂੰ ਯੂਨੀਵਰਸਿਟੀਆਂ ਸੀ ਉਹਨਾਂ ਨੇ ਕੋਈ ਦਿਸ਼ਾ ਦਿੱਤੀ, ਤੇ ਅਸੀਂ ਜਿਹੜੀ ਹੈਗੀ ਹੈ ਨਾ ਰਾਜਨੀਤਿਕ ਲੋਕਾਂ ਨੇ, ਕਿਉਂਕਿ ਲੋਕ ਝੋਨੇ ਤੋਂ ਇੱਕ ਪਾਣੀ ਮਕਾਈ ਜਾਂਦਾ, ਤੇ ਦੂਸਰਾ ਸਾਡਾ ਜਿਹੜਾ ਹੈਗਾ ਹਵਾ ਨੂੰ ਪ੍ਰਦੂਸ਼ਿਤ ਹੈ। ਜਦੋਂ ਅੱਗ ਲਾਉਂਦੇ ਹਵਾ ਪ੍ਰਦੂਸ਼ਿਤ ਹੋ ਜਾਂਦੀ, ਪਾਣੀ ਮੁੱਕੀ ਜਾਂਦਾ, ਬਿਮਾਰੀਆਂ ਦੇ ਨਾਲ ਅਸੀਂ ਮਰ ਰਹੇ ਹਾਂ। ਤੇ ਇਹ ਜਿਹੜੀ ਚੀਜ਼ ਨੂੰ ਝੋਨਾ ਜਿਹੜਾ ਵਾ, ਇਹ ਸਾਡੀ ਇੱਥੇ ਫਸਲ ਵੀ ਨਹੀਂ, ਇਹ ਤੋਂ ਤਾਂ ਹੀ ਬਾਹਰ ਨਿਕਲਾਂਗੇ। ਇੱਥੇ ਬਹੁਤ ਕੁਝ ਉਗਾਇਆ ਜਾ ਸਕਦਾ ਜਿਹੜਾ ਦੁਨੀਆ ਭਰ ਦੇ ਵਿੱਚ, ਵਿਸ਼ਵ ਭਰ ਵਿੱਚ ਵਿਕ ਸਕਦਾ, ਪਰ ਉਹ ਕੰਮਾਂ ਸਰਕਾਰਾਂ ਕਰ ਸਕਦੀਆਂ ਵੀ ਆਹ ਬੀਜੋ, ਤੁਹਾਨੂੰ ਇੰਨੇ ਪੈਸੇ ਦੇਵਾਂਗੇ, ਵਿਸ਼ਵ ਵਿੱਚ ਲੋੜ ਆ। ਉਹ ਕੋਈ ਸਧਾਰਨ ਜ਼ਿਮੀਂਦਾਰ ਤਾਂ ਕਰ ਨਹੀਂ ਸਕਦਾ। ਸਰਕਾਰਾਂ ਨੇ ਬਹੁਤ ਨੈਗੇਟਿਵ ਭੂਮਿਕਾ ਨਿਭਾਈ ਹੈ। ਕੋਈ ਸਾਡੇ ਕੋਲ ਜਿਹੜੀ ਹੈਗੀ ਆ ਖੇਤੀ ਦੀ ਜਿਹੜੀ ਹੈਗੀ ਆ ਪਾਲਿਸੀ ਨਹੀਂ ਜਿਹਦੇ ਉੱਤੇ ਕੰਮ ਹੋਵੇ। ਜੋ ਕੁਛ ਵੀ ਆ ਜ਼ਹਿਰਾਂ ਵੀ ਆਪਾਂ ਕਹਿੰਦੇ ਐਸ 2 ਨੰਬਰ ਦਾ ਸਮਾਨ ਜਿਹੜਾ ਕਿੰਨਾ ਫੜ ਹੁੰਦਾ, ਜ਼ਿਮੀਂਦਾਰ ਕਿੱਦਾਂ ਉਹਨਾਂ ਦੀ ਫਸਲਾਂ ਹੀ ਮਰ ਜਾਂਦੀਆਂ, ਨਰਮਾ ਹੀ ਮਰ ਜਾਂਦਾ, ਕੌਣ ਜ਼ਿੰਮੇਵਾਰ? ਜੀ ਉਹਦਾ ਪ੍ਰਬੰਧ ਜ਼ਿੰਮੇਵਾਰ ਆ। ਜ਼ਿੰਮੇਵਾਰੀਆਂ ਸਾਰਿਆਂ ਦੀਆਂ ਆ, ਜ਼ਿੰਮੇਵਾਰੀ ਕਿਸੇ ਇੱਕ ਦੀ ਨਹੀਂ ਆ। ਨਾ ਅਸੀਂ ਇਹ ਕਹਿ ਸਕਦੇ ਕਿ ਸਰਕਾਰ, ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹ ਬਿਹਤਰ ਤਰੀਕੇ ਨਾਲ ਬਹੁਤ ਨਿਭਾ ਰਹੀ ਹੈ, ਤੇ ਬਾਵਜੂਦ ਇਹਦੇ ਇਹ ਸਾਰਾ ਕੁਝ ਹੋ ਰਿਹਾ, ਇਸ ਕਰਕੇ ਸਰਕਾਰ ਸੁਰਖਰੂ ਹੁੰਦੀ ਹੈ। ਨਹੀਂ, ਸਰਕਾਰ ਨੇ ਵੀ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ। ਗੱਲ ਆਉਂਦੀ ਹੈ ਲੋਕਾਂ ਦੀ, ਕਿ ਜੇ ਅਸੀਂ ਘੱਟੋ ਘੱਟ ਪੰਜਾਬ ਦੇ ਲੋਕਾਂ ਦੀ ਗੱਲ ਕਰ ਲਈਏ ਕਿ ਗੁਰਬਾਣੀ ਨੂੰ ਪ੍ਰਣਾਇਆ ਹੋਇਆ ਅਸੀਂ ਆਪਣੇ ਨਾਲ ਅੰਗ ਸੰਗ ਰੱਖਿਆ, ਤੇ ਗੁਰਬਾਣੀ ਦੇ ਕਹਿਣ ਦੇ ਮੁਤਾਬਕ ਹੀ ਜੇ ਵਾਤਾਵਰਣ ਦਾ ਖਿਆਲ ਰੱਖਿਆ ਹੁੰਦਾ, ਆਸ-ਪਾਸ ਦਾ ਧਿਆਨ ਰੱਖਿਆ ਹੁੰਦਾ, ਤੇ ਸ਼ਾਇਦ ਆਹ ਦਿਨ ਦੇਖਣ ਦੀ ਲੋੜ ਹੀ ਨਾ ਪੈਂਦੀ, ਇਹਦੇ ਤੇ ਚਰਚਾ ਹੀ ਨਾ ਕਰਨੀ ਪੈਂਦੀ। ਕਿਉਂਕਿ ਹੁਣ ਤਾਂ ਸਾਡੀ ਮਾਨਸਿਕਤਾ ਤਕਰੀਬਨ ਇਦਾਂ ਦੀ ਬਣ ਚੁੱਕੀ ਹੈ ਕਿ ਆਪਣਾ ਕੂੜਾ ਲਿਫਾਫੇ 'ਚ ਬੰਨੀਦਾ, ਤੇ ਦੇਖੀਦਾ ਕੋਈ ਆਸ-ਪਾਸ ਦੇਖਦਾ ਤਾਂ ਨਹੀਂ ਹੈ, ਤੇ ਕੰਧ ਤੋਂ ਵਗਾਹ ਕੇ ਦੂਜੇ ਪਾਸੇ ਨੂੰ ਮਾਰੀਦਾ, ਤੇ ਉਹ ਪ੍ਰਦੂਸ਼ਣ ਕਿੱਥੇ ਕਿਵੇਂ ਪੈਦਾ ਕਰਦਾ ਹੈ, ਇਸ ਗੱਲ ਦੀ ਅਸੀਂ ਕਦੀ ਸੋਚ ਵਿਚਾਰ
ਰੱਖੀ ਨਹੀਂ ਹੈ। ਬਹੁਤ ਸਾਰੀਆਂ ਚੀਜ਼ਾਂ ਨੇ। ਜਦੋਂ ਭਾਰਤ ਨੂੰ ਅੰਨ ਦੀ ਲੋੜ ਸੀ, ਇਸ ਜ਼ਮੀਨ ਦੇ ਵਿੱਚੋਂ ਅੰਨ ਭਰਪੂਰ ਉਗਾਇਆ ਗਿਆ, ਪਰ ਉਹਦੀ ਐਵਜ਼ ਦੇ ਵਿੱਚ ਪੰਜਾਬ ਨੂੰ ਕੀ ਦਿੱਤਾ ਗਿਆ? ਇਹਦੀ ਮਿੱਟੀ ਦੇ ਵਿੱਚ ਇੰਨੀਆਂ ਕੁ ਜ਼ਹਿਰਾਂ ਘੋਲ ਦਿੱਤੀਆਂ ਗਈਆਂ ਨੇ ਕਿ ਹੁਣ ਜੇ ਅਸੀਂ ਆਰਗੈਨਿਕ ਖੇਤੀ ਕਰਨ ਬਾਰੇ ਸੋਚਦੇ ਵੀ ਆ ਨਾ ਤੇ ਖੌਫ ਆਉਂਦਾ ਆ, ਕਿਉਂਕਿ ਉਹ ਝਾੜ ਨਹੀਂ ਮਿਲਣਾ ਜਿੱਦਾਂ ਦੀ ਮਿੱਟੀ ਇਹਦੀ ਬਣਾ ਦਿੱਤੀ ਗਈ ਆ। ਪਰ ਫਿਰ ਵੀ ਸਾਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਕਦਮ ਵਧਾਉਣੇ ਪੈਣਗੇ ਕਿ ਸਾਰਾ ਕੁਝ ਠੀਕ ਠਾਕ ਹੋ ਜਾਵੇ। ਤੇ ਸਭ ਤੋਂ ਵੱਡੀ ਗੱਲ ਕਿ ਪਹਿਲਾਂ ਸਾਨੂੰ ਸਿਆਸੀ ਤੌਰ ਤੇ ਵੀ ਇਸ ਨੂੰ ਲੈ ਕੇ ਚੇਤਨ ਹੋਣਾ ਪਏਗਾ ਕਿ ਵਾਤਾਵਰਣ ਸਾਡੀਆਂ ਸਿਆਸੀ ਪਾਰਟੀਆਂ ਦੇ ਚੋਣ ਘੋਸ਼ਣਾ ਪੱਤਰਾਂ ਦੇ ਵਿੱਚ ਵੀ ਹੋਣਾ ਚਾਹੀਦਾ। ਜਦੋਂ ਉਹ ਸੱਤਾ 'ਚ ਆਉਣ ਤੇ ਉਹਨਾਂ ਨੂੰ ਉਹਦੇ ਤੇ ਕੰਮ ਕਰਨ ਲਈ ਵੀ ਸਾਨੂੰ ਮਜਬੂਰ ਕਰਨਾ ਪਏਗਾ ਕਿ ਭਾਈ ਵਾਤਾਵਰਣ ਨੂੰ ਸੰਭਾਲੋ, ਕਿਉਂਕਿ ਤੁਹਾਡੇ ਆਟਾ ਦਾਲ ਸਾਡੇ ਲਈ ਕਾਫੀ ਨਹੀਂ ਹੈ। ਜੇ ਅਸੀਂ ਸਿਹਤਮੰਦ ਹੋਵਾਂਗੇ ਤੇ ਆਪ ਕਮਾ ਕੇ ਵੀ ਖਾ ਸਕਦੇ ਹਾਂ ਤੇ ਸਾਨੂੰ ਹੋਰ ਬਹੁਤ ਕੁਝ ਵੀ ਮਿਲ ਸਕਦਾ ਹੈ। ਸੋ ਇਸ ਕਰਕੇ ਵਾਤਾਵਰਣ ਬਹੁਤ ਅਹਿਮ ਵਿਸ਼ਾ। ਸਾਡੀ ਕੋਸ਼ਿਸ਼ ਇਹੀ ਸੀਗੀ ਕਿ ਆ ਚੁਣਾਵੀ ਮਾਹੌਲ ਦੇ ਵਿੱਚ ਜਿੱਥੇ ਹੋਰ ਲੱਲੇ ਭੱਬੇ ਇੱਕ ਦੂਜੇ ਦੇ ਬਿਆਨ, ਆਰੋਪ ਪ੍ਰਤੀ ਆਰੋਪ, ਮੁਫਤ ਦੀ ਗੱਲ ਰੋਜ਼ ਹੁੰਦੀ ਹੈ, ਉੱਥੇ ਜਿਹੜੇ ਮੂਲ ਮੁੱਦੇ ਨੇ ਪੰਜਾਬ ਦੇ, ਜਿੱਥੇ ਤੁਹਾਡੀ ਸਿਹਤ ਜੁੜੀ ਹੋਈ ਹੈ, ਤੁਹਾਡੀ ਜ਼ਿੰਦਗੀ ਜੁੜੀ ਹੋਈ ਹੈ, ਜਿਉਣ ਦਾ ਹੱਕ ਜੁੜਿਆ ਹੋਇਆ, ਉਸ ਵਿਸ਼ੇ ਨੂੰ ਵੀ ਛੋਇਆ ਜਾਵੇ। ਸੋ ਸੰਤ ਬਲਬੀਰ ਸਿੰਘ ਸੀਚੇਵਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਟੂਡੀਓ 'ਚ ਆਉਣ ਲਈ, ਗੱਲਬਾਤ ਕਰਨ ਲਈ। ਬਹੁਤ ਬਹੁਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ, ਪਰ ਤੁਸੀਂ ਤਾਜ਼ਾ ਤਰੀਨ ਖਬਰਾਂ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।